ਅੱਜ ਆਪਾਂ ਸਟਾਰਟ ਕਰਨ ਲੱਗੇ ਹਾਂ ਚੈਪਟਰ ਨੰਬਰ 3 ਆਫ ਕੈਮਿਸਟਰੀ ਦੈਟ ਇਜ਼ ਐਲੀਮੈਂਟਸ ਕੰਪਾਊਂਡਸ ਐਂਡ ਮਿਕਸਚਰ। ਠੀਕ ਹੈ, ਇਹਦੇ ਵਿੱਚ ਮੇਨਲੀ ਆਪਾਂ ਪੜ੍ਹਾਂਗੇ ਕਿ ਐਲੀਮੈਂਟਸ ਕੀ ਹੁੰਦੇ ਆ ਵਿਦ ਐਗਜ਼ਾਮਪਲਸ, ਕੰਪਾਊਂਡ ਕੀ ਹੁੰਦੇ ਆ, ਮਿਕਸਚਰ ਕੀ ਹੁੰਦੇ ਆ, ਅਤੇ ਮਿਕਸਚਰਸ ਨੂੰ ਆਪਾਂ ਸੈਪਰੇਟ ਕਿਵੇਂ ਕਰਨਾ ਉਹ ਸੈਪਰੇਟ ਕਰਨ ਦੀਆਂ ਟੈਕਨੀਕਸ ਪੜ੍ਹਾਂਗੇ ਇਹਦੇ ਵਿੱਚ। ਠੀਕ ਹੈ, ਤਾਂ ਫਸਟ ਆ ਗਿਆ ਆਪਣੇ ਕੋਲ ਐਟਮ। ਤਾਂ ਜਿਹੜੇ ਵੀ ਮੈਟਰ ਹੁੰਦੇ ਆ, ਮੈਟਰ ਦਾ ਸਭ ਤੋਂ ਸਮੋਲੈਸਟ ਪਾਰਟੀਕਲ ਕੀ ਹੁੰਦਾ? ਮੈਟਰ ਦਾ ਸਭ ਤੋਂ ਸਮੋਲੈਸਟ ਪਾਰਟੀਕਲ ਹੁੰਦਾ ਜਿਹਦੇ ਤੋਂ ਇੱਕ ਐਲੀਮੈਂਟ ਜਾਂ ਜਿਹਦੇ ਤੋਂ ਇੱਕ ਮੈਟਰ ਬਣਿਆ ਹੁੰਦਾ, ਉਹ ਹੁੰਦਾ ਇੱਕ ਐਟਮ। ਤਾਂ ਐਟਮ ਇਜ਼ ਦ ਸਮੋਲੈਸਟ ਪਾਰਟੀਕਲ ਆਫ ਐਨ ਐਲੀਮੈਂਟ। ਕਿਸੇ ਵੀ ਐਲੀਮੈਂਟ ਦਾ, ਮੰਨ ਲਓ ਆਪਣੇ ਕੋਲ ਹਾਈਡਰੋਜਨ ਹੈ, ਹੀਲੀਅਮ, ਲਿਥੀਅਮ, ਕੋਈ ਵੀ ਐਲੀਮੈਂਟ ਹੈ, ਉਹਦਾ ਸਭ ਤੋਂ ਸਮੋਲੈਸਟ ਪਾਰਟੀਕਲ ਕੀ ਹੋਊਗਾ? ਇੱਕ ਐਟਮ ਹੋਊਗਾ। ਅਤੇ ਐਟਮ ਦੀਆਂ ਪ੍ਰੋਪਰਟੀਜ਼ ਸੇਮ ਹੋਣਗੀਆਂ ਜਿਹੜੀਆਂ ਪੂਰੇ ਐਲੀਮੈਂਟ ਦੀਆਂ ਪ੍ਰੋਪਰਟੀਜ਼ ਹੋਣਗੀਆਂ। ਐਟਮ ਹੈ ਜਿਹੜਾ ਉਹ ਮੇ ਨਾਟ ਐਗਜ਼ਿਸਟ ਇੰਡੀਪੈਂਡੈਂਟਲੀ, ਮਤਲਬ ਕਈ ਵਾਰ ਤਾਂ ਇੰਡੀਪੈਂਡੈਂਟਲੀ ਐਗਜ਼ਿਸਟ ਕਰ ਲੈਂਦਾ, ਕਈ ਵਾਰੀ ਨਹੀਂ ਕਰਦਾ, ਬਟ ਹਰੇਕ ਕੈਮੀਕਲ ਰਿਐਕਸ਼ਨ ਦੇ ਵਿੱਚ ਟੇਕ ਪਾਰਟ ਕਰਦਾ। ਠੀਕ ਹੈ, ਜਿਵੇਂ ਕਾਰਬਨ, ਹਾਈਡਰੋਜਨ, ਨਾਈਟ੍ਰੋਜਨ, ਆਕਸੀਜਨ, ਇਹਨਾਂ ਸਾਰਿਆਂ ਦੇ ਜਿਹੜੇ ਐਟਮਸ ਹੈ ਉਹ ਕੀ ਹੈ, ਕੈਮੀਕਲ ਰਿਐਕਸ਼ਨਸ ਦੇ ਵਿੱਚ ਟੇਕ ਪਾਰਟ ਕਰਦੇ ਹੈ। ਠੀਕ ਹੈ, ਹੁਣ ਆ ਗਿਆ ਕਰੈਕਟਰਿਸਟਿਕਸ ਆਫ ਐਟਮ। ਜਿਹੜੇ ਆਪਾਂ ਐਟਮਸ ਪੜ੍ਹ ਰਹੇ ਹਾਂ ਇਹਨਾਂ ਦੀਆਂ ਕੀ ਕਰੈਕਟਰਿਸਟਿਕ ਹੈ? ਜਿਹੜੇ ਐਟਮਸ ਹੁੰਦੇ ਆ ਮੋਸਟ ਆਫ ਦਾ ਐਲੀਮੈਂਟਸ ਦੇ, ਉਹ ਕਾਫੀ ਰਿਐਕਟਿਵ ਹੁੰਦੇ ਆ। ਠੀਕ ਹੈ, ਰਿਐਕਟਿਵ ਮਤਲਬ ਦੂਜੇ ਨਾਲ ਰਿਐਕਟ ਕਰ ਜਾਂਦੇ, ਕਿਸੇ ਹੋਰ ਨਾਲ ਰਿਐਕਟ ਕਰ ਜਾਂਦੇ ਐਲੀਮੈਂਟ ਵਗੈਰਾ ਨਾਲ, ਅਤੇ ਉਹ ਐਜ਼ ਅ ਫਰੀ ਐਟਮ ਐਗਜ਼ਿਸਟ ਨਹੀਂ ਕਰਦੇ। ਠੀਕ ਹੈ, ਬਟ ਕਈ ਕੇਸਿਸ ਦੇ ਵਿੱਚ ਫਰੀ ਐਟਮ ਐਗਜ਼ਿਸਟ ਕਰ ਵੀ ਲੈਂਦੇ ਆ। ਜਿਹੜੇ ਐਟਮਸ ਹੁੰਦੇ ਆ ਵਨ ਐਲੀਮੈਂਟ ਦੇ, ਮੰਨ ਲਓ ਮੇਰੇ ਕੋਲ ਇੱਕ ਇਹ ਐਲੀਮੈਂਟ ਹੈਗਾ ਆਇਰਨ ਦਾ, ਇੱਕ ਮੇਰੇ ਕੋਲ ਇਹ ਐਲੀਮੈਂਟ ਹੈਗਾ ਕਾਰਬਨ ਦਾ। ਠੀਕ ਹੈ, ਤਾਂ ਐਟਮ ਜਿਹੜੇ ਆਇਰਨ ਦੇ ਹੋਣਗੇ ਉਹ ਸੇਮ ਹੋਣਗੇ ਸਾਰੇ ਐਟਮਸ, ਅਤੇ ਜਿਹੜੇ ਕਾਰਬਨ ਦੇ ਐਟਮਸ ਹੋਣਗੇ ਉਹ ਸਾਰੇ ਸੇਮ ਹੋਣਗੇ। ਸਾਰਿਆਂ ਦੀ ਸ਼ੇਪ, ਸਾਈਜ਼, ਮਾਸ ਕੀ ਹੈ ਅਕੋਰਡਿੰਗ ਟੂ ਦ ਐਲੀਮੈਂਟ ਸੇਮ ਹੋਣਗੇ। ਠੀਕ ਹੈ, ਜਿਹੜਾ ਐਟਮ ਹੈ ਉਹ ਆਪਦੀਆਂ ਪ੍ਰੋਪਰਟੀਜ਼ ਨੂੰ ਫਿਜ਼ੀਕਲ ਜਾਂ ਕੈਮੀਕਲ ਚੇਂਜ, ਕੋਈ ਵੀ ਹੋ ਜੇ ਫਿਜ਼ੀਕਲ ਜਾਂ ਕੈਮੀਕਲ ਚੇਂਜ, ਉਹ ਪ੍ਰੋਪਰਟੀਜ਼ ਜਿਹੜੀਆਂ ਹੁੰਦੀਆਂ ਆਪਦੀਆਂ ਨੂੰ ਮੇਨਟੇਨ ਕਰਕੇ ਰੱਖਦਾ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਮੋਲੀਕਿਊਲ। ਐਟਮ ਦੀ ਤਰ੍ਹਾਂ ਮੋਲੀਕਿਊਲ ਵੀ ਇੱਕ ਸਮੋਲੈਸਟ ਪਾਰਟੀਕਲ ਹੈ ਪਿਓਰ ਸਬਸਟਾਂਸ ਦਾ, ਬਟ ਇਹ ਐਗਜ਼ਿਸਟ ਇੰਡੀਪੈਂਡੈਂਟਲੀ ਕਰ ਸਕਦਾ। ਠੀਕ ਹੈ, ਅਤੇ ਜਿਹੜਾ ਮੋਲੀਕਿਊਲ ਹੈ ਉਹ 2 ਔਰ ਮੋਰ ਐਟਮਸ ਨੂੰ ਕੰਬਾਈਨ ਕਰਕੇ ਬਣਿਆ ਹੁੰਦਾ ਇਨ ਅ ਫਿਕਸਡ ਪ੍ਰਪੋਰਸ਼ਨ ਬਾਈ ਵੇਟ। ਕਿ ਮੰਨ ਲਓ ਜੇ ਆਪਾਂ H2O ਬਣਾਉਣਾ ਹੈ, H2O, ਤਾਂ ਇਹਦੇ ਵਿੱਚ ਹਾਈਡਰੋਜਨ ਅਤੇ ਆਕਸੀਜਨ ਫਿਕਸ ਪ੍ਰਪੋਰਸ਼ਨ ਬਾਈ ਵੇਟ ਲੈਣੇ ਪੈਣੇ ਹੈ, ਫਿਰ ਜਾ ਕੇ ਆਪਾਂ ਕਿਤੇ ਬਣਾਵਾਂਗੇ ਮੋਲੀਕਿਊਲ ਦੈਟ ਇਜ਼ H2O। ਠੀਕ ਹੈ, ਅਤੇ ਇਹ ਆਪਦੀ ਜਿਹੜੀ ਸਾਰੀਆਂ ਪ੍ਰੋਪਰਟੀਜ਼ ਹੈ ਮੋਲੀਕਿਊਲ ਜਿਹੜੇ ਹੁੰਦੇ ਆ ਮੈਟਰ ਦੇ, ਉਹਦੀ ਪ੍ਰੋਪਰਟੀਜ਼ ਪਿਓਰ ਸਬਸਟਾਂਸ ਦੇ ਵਿੱਚ ਰਿਟੇਨ ਕਰਕੇ ਰੱਖਦੇ ਆ। ਠੀਕ ਹੈ, ਐਗਜ਼ਾਮਪਲ ਵਾਟਰ ਮੋਲੀਕਿਊਲ। ਜਿਵੇਂ ਵਾਟਰ ਮੋਲੀਕਿਊਲ ਹੈ, ਜਿਹੜਾ ਵਾਟਰ ਮੋਲੀਕਿਊਲ ਹੈ ਉਹਦੇ ਵਿੱਚ 2 ਹਾਈਡਰੋਜਨ ਐਟਮ ਲੱਗੇ ਹੁੰਦੇ ਆ ਅਤੇ 1 ਐਟਮ ਆਕਸੀਜਨ ਦਾ ਲੱਗਾ ਹੁੰਦਾ ਹੈ। ਅਗਰ ਆਪਾਂ ਵਾਟਰ ਮੋਲੀਕਿਊਲ ਬਣਾਉਣਾ ਹੈ ਤਾਂ ਇਹਦੇ ਵਿੱਚ ਆਪਾਂ ਫਿਕਸ ਪ੍ਰਪੋਰਸ਼ਨ ਬਾਈ ਵੇਟ ਹਾਈਡਰੋਜਨ ਅਤੇ ਆਕਸੀਜਨ ਫਿਕਸ ਪ੍ਰਪੋਰਸ਼ਨ 'ਚ ਲੈਣੇ ਆ, ਦੈਟ ਇਜ਼ 1:8 ਵਿੱਚ। ਜਿਵੇਂ ਮਾਸ ਆਫ ਹਾਈਡਰੋਜਨ, ਜਾਂ ਤੁਸੀਂ ਇਹਦਾ ਅਟੋਮਿਕ ਨੰਬਰ ਵੀ ਕਹਿ ਸਕਦੇ ਹੋ, ਅਟੋਮਿਕ ਨੰਬਰ ਹਾਈਡਰੋਜਨ ਦਾ 1, ਆਕਸੀਜਨ ਦਾ 8, ਤਾਂ 1:8 ਬਾਈ ਵੇਟ ਵਿੱਚ ਆਪਾਂ ਇਹ ਐਟਮਸ ਲੈਣੇ ਆ। ਠੀਕ ਹੈ, ਜਿਹੜਾ ਵਾਟਰ ਮੋਲੀਕਿਊਲ ਹੈ ਉਹ ਐਗਜ਼ਿਸਟ ਇੰਡੀਪੈਂਡੈਂਟਲੀ ਕਰ ਲੈਂਦਾ ਆਰਾਮ ਨਾਲ। ਠੀਕ ਹੈ, ਨੈਕਸਟ ਆ ਗਿਆ ਸਲਫਰ ਡਾਈਆਕਸਾਈਡ SO2। SO2 ਵਿੱਚ 1 ਮੋਲੀਕਿਊਲ ਆਫ ਸਲਫਰ ਅਤੇ 2 ਮੋਲੀਕਿਊਲਸ ਆਫ ਵਾਟਰ ਲੈਣੇ ਹੁੰਦੇ ਆ, ਅਤੇ ਇਹਦੀ ਰੇਸ਼ੋ ਹੁੰਦੀ ਹੈ ਹਮੇਸ਼ਾ 1:8 ਬਾਈ ਵੇਟ। ਠੀਕ ਹੈ, ਅਤੇ ਆਪਾਂ ਅਗਰ ਇਹ ਸੇਮ ਮਤਲਬ ਰੇਸ਼ੋ ਨਾਲ ਕੋਈ ਬਣਾਵਾਂਗੇ SO2 ਨੂੰ ਤਾਂ ਪ੍ਰੋਪਰ ਬਣੂਗਾ। ਠੀਕ ਹੈ, ਸਲਫਰ ਡਾਈਆਕਸਾਈਡ ਦੇ ਜਿਹੜੇ ਮੋਲੀਕਿਊਲ ਹੈ ਉਹ ਐਗਜ਼ਿਸਟ ਇੰਡੀਪੈਂਡੈਂਟਲੀ ਕਰ ਸਕਦੇ ਆ ਵਾਟਰ ਦੀ ਤਰ੍ਹਾਂ। ਕੋਈ ਵੀ ਮੋਲੀਕਿਊਲਸ ਹੈ ਉਹ ਆਪਦੀ ਐਗਜ਼ਿਸਟ ਇੰਡੀਪੈਂਡੈਂਟਲੀ ਕਰ ਸਕਦਾ। ਠੀਕ ਹੈ, ਐਗਜ਼ਿਸਟ ਇੰਡੀਪੈਂਡੈਂਟਲੀ ਦਾ ਮਤਲਬ ਕੀ ਹੈ ਕਿ ਜਿਵੇਂ ਵਾਟਰ ਹੈ, ਹੁਣ ਪਾਣੀ ਇਕੱਲਾ ਵੀ ਤਾਂ ਐਗਜ਼ਿਸਟ ਕਰਦਾ ਹੀ ਹੈ, ਕਿ ਜ਼ਰੂਰੀ ਹੈ ਕਿ ਪਾਣੀ ਨੂੰ ਕਿਸੇ ਨਾਲ ਮਿਕਸ ਕਰੋ ਫਿਰ ਹੀ ਉਹ ਐਗਜ਼ਿਸਟ ਕਰੂਗਾ, ਫਿਰ ਹੀ ਉਹ ਮਤਲਬ ਹੋਊਗਾ। ਤਾਂ ਇਕੱਲਾ ਵਾਟਰ, ਇਕੱਲਾ SO2 ਜਿਹੜੇ ਵੀ ਮੋਲੀਕਿਊਲਸ ਹੁੰਦੇ ਆ ਉਹ ਇੰਡੀਪੈਂਡੈਂਟਲੀ ਐਗਜ਼ਿਸਟ ਕਰ ਲੈਂਦੇ ਆ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਹਾਈਡਰੋਜਨ ਮੋਲੀਕਿਊਲ। ਹਾਈਡਰੋਜਨ ਮੋਲੀਕਿਊਲ ਵਿੱਚ ਵੀ 2 ਐਟਮਸ ਆਫ ਹਾਈਡਰੋਜਨ ਲੱਗੇ ਹੁੰਦੇ ਆ। ਇਹ ਐਟਮਸ ਕੀ ਹੈ, ਕੈਮੀਕਲੀ ਕੰਬਾਈਨਡ ਹੁੰਦੇ ਆ। 2 ਹਾਈਡਰੋਜਨ ਐਟਮਸ ਜਿਹੜੇ ਹੁੰਦੇ ਆ ਉਹ ਕੈਮੀਕਲੀ ਕੰਬਾਈਨ ਹੋ ਕੇ ਹਾਈਡਰੋਜਨ ਮੋਲੀਕਿਊਲ ਬਣਾਉਂਦੇ ਆ, ਅਤੇ ਹਾਈਡਰੋਜਨ ਮੋਲੀਕਿਊਲ ਵੀ ਐਗਜ਼ਿਸਟ ਇੰਡੀਪੈਂਡੈਂਟਲੀ ਕਰ ਸਕਦਾ। ਸਾਰੇ ਮੋਲੀਕਿਊਲਸ ਐਗਜ਼ਿਸਟ ਇੰਡੀਪੈਂਡੈਂਟਲੀ ਕਰ ਲੈਂਦੇ ਆ। ਨੈਕਸਟ ਆ ਗਈਆਂ ਇਹਦੀਆਂ ਟਾਈਪਸ। ਹੋਮੋਅਟੋਮਿਕ ਮੋਲੀਕਿਊਲ। ਹੋਮੋਅਟੋਮਿਕ ਮੋਲੀਕਿਊਲ ਉਹ ਵਾਲੇ ਮੋਲੀਕਿਊਲਸ ਹੁੰਦੇ ਆ ਜਿਹਦੇ ਵਿੱਚ ਸੇਮ ਤਰ੍ਹਾਂ ਦੇ ਐਟਮਸ ਲੱਗੇ ਹੋਣ। ਫੋਰ ਐਗਜ਼ਾਮਪਲ H2, ਇਹਦੇ ਵਿੱਚ 2 ਸੇਮ ਤਰ੍ਹਾਂ ਦੇ ਹਾਈਡਰੋਜਨ ਐਲੀਮੈਂਟ ਲਗਾਏ ਆ ਨਾ, ਤਾਂ ਉਹ ਵਾਲੇ ਮੋਲੀਕਿਊਲ ਜਿਨ੍ਹਾਂ ਵਿੱਚ ਹੋਮੋਅਟੋਮਿਕ, ਹੋਮੋ ਮਤਲਬ ਸੇਮ ਐਟਮਸ ਲੱਗੇ ਹੋਣ, ਹਾਈਡਰੋਜਨ ਵੀ ਸੇਮ, ਇੱਧਰੋਂ ਵੀ ਹਾਈਡਰੋਜਨ ਸੇਮ, ਤਾਂ ਉਹਨੂੰ ਬੋਲਾਂਗੇ ਆਪਾਂ ਹੋਮੋਅਟੋਮਿਕ ਮੋਲੀਕਿਊਲ। ਜਿਵੇਂ ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਸਲਫਰ, ਫਾਸਫੋਰਸ, ਇਹ ਸਾਰੇ ਕਿਹੜੇ ਹੈਗੇ ਆ, ਹੋਮੋਅਟੋਮਿਕ ਮੋਲੀਕਿਊਲਸ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਹੈਟਰੋਅਟੋਮਿਕ ਮੋਲੀਕਿਊਲਸ।
ਹੈਟਰੋਟੋਮਿਕ ਮੋਲੀਕਿਊਲ ਜਿਵੇਂ ਵਾਟਰ ਦੇ ਵਿੱਚ ਹਾਈਡਰੋਜਨ ਵੀ ਲੱਗਾ ਹੋਇਆ, ਆਕਸੀਜਨ ਵੀ ਲੱਗਾ ਹੋਇਆ, ਠੀਕ ਹੈ। ਇਹਦੇ ਵਿੱਚ ਕੀ 2 ਐਟਮਸ ਹਾਈਡਰੋਜਨ ਦੇ ਆ, 1 ਐਟਮ ਆਕਸੀਜਨ ਦਾ, 2 ਔਰ ਮੋਰ ਐਟਮਸ ਕੰਬਾਈਨ ਹੋ ਗਏ ਨਾ। ਜਦੋਂ 2 ਔਰ ਮੋਰ ਡਿਫਰੈਂਟ ਐਟਮਸ ਕੰਬਾਈਨ ਹੋਣ ਤਾਂ ਹੈਟਰੋਟੋਮਿਕ ਮੋਲੀਕਿਊਲ, ਜੇ ਸੇਮ ਐਟਮਸ ਕੰਬਾਈਨ ਹੋ ਰਹੇ ਤਾਂ ਉਹ ਹੋਮੋਟੋਮਿਕ ਮੋਲੀਕਿਊਲ, ਠੀਕ ਹੈ। ਜਿਵੇਂ NH3 ਅਮੋਨੀਆ, H2O ਵਾਟਰ, ਇਹ ਸਾਰੇ ਕਿਹੜੇ ਹੈ ਹੈਟਰੋਟੋਮਿਕ ਮੋਲੀਕਿਊਲਸ। ਨੈਕਸਟ ਆ ਗਿਆ ਆਪਣੇ ਕੋਲ ਐਲੀਮੈਂਟਸ। ਹੁਣ ਆਪਣਾ ਮੇਨ ਚੈਪਟਰ ਦੀ ਸ਼ੁਰੂ ਹੋਈ ਹੈ ਕਿ ਐਲੀਮੈਂਟਸ ਕੀ ਹੁੰਦੇ। ਜਿਵੇਂ ਚੈਪਟਰ ਨੇਮ ਹੈ ਨਾ ਐਲੀਮੈਂਟ ਕੰਪਾਊਂਡ ਮਿਕਸਚਰ, ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਐਲੀਮੈਂਟਸ ਕੀ ਹੈ। ਐਲੀਮੈਂਟ ਮਤਲਬ ਜਿਹੜਾ ਸਬਸਟਾਂਸ ਸੇਮ ਕਾਈਂਡ ਆਫ ਐਟਮਸ ਨੂੰ ਜੋੜ ਕੇ ਬਣਿਆ ਹੋਵੇ ਉਹਨੂੰ ਆਪਾਂ ਬੋਲਦੇ ਹਾਂ ਉਹ ਐਲੀਮੈਂਟ ਹੈ, ਠੀਕ ਹੈ। ਜਿਵੇਂ ਮੰਨ ਲਓ ਆਪਣੇ ਕੋਲ ਆਇਰਨ ਹੈ, ਮੇਰੇ ਕੋਲ ਇੱਕ ਆਇਰਨ ਦਾ ਮੰਨ ਲਓ ਪੀਸ ਹੈ। ਹੁਣ ਇਹ ਆਇਰਨ ਦੀ ਪੀਸ ਅੰਦਰ ਸਾਰੇ ਐਟਮਸ ਆਇਰਨ ਦੇ ਲੱਗੇ ਹੋਣਗੇ ਕਿ ਕੋਈ ਸਲਫਰ ਦਾ, ਕੋਈ ਆਰਗਨ ਦਾ ਲੱਗਾ, ਨਹੀਂ। ਤਾਂ ਇਹ ਸਬਸਟਾਂਸ ਜਿਹੜਾ ਆਇਰਨ ਦਾ ਹੈ ਉਹ ਸੇਮ ਕਾਈਂਡ ਆਫ ਐਟਮਸ ਨੂੰ ਜੋੜ ਕੇ ਬਣਿਆ, ਤਾਂ ਉਹ ਸਬਸਟਾਂਸ ਨੂੰ ਆਪਾਂ ਬੋਲਦੇ ਹਾਂ ਐਲੀਮੈਂਟ। ਐਲੀਮੈਂਟ ਜਿਵੇਂ ਹਾਈਡਰੋਜਨ, ਹੀਲੀਅਮ, ਲਿਥੀਅਮ, ਬਰੀਲੀਅਮ, ਸਾਰੇ ਜਿਹੜੇ ਹੁੰਦੇ ਆ ਉਹ ਐਲੀਮੈਂਟਸ ਹੁੰਦੇ ਆ ਕਿਉਂਕਿ ਉਹ ਸਾਰੇ ਸੇਮ ਕਾਈਂਡ ਆਫ ਐਟਮਸ ਨੂੰ ਜੋੜ ਕੇ ਬਣੇ ਹੁੰਦੇ ਆ। ਅਤੇ ਇਹਦੇ ਵਿੱਚ ਜਿਹੜੇ ਐਟਮਸ ਹੈ ਉਹਨਾਂ ਨੂੰ ਆਪਾਂ ਅੱਗੇ ਸਿੰਪਲਰ ਸਬਸਟਾਂਸਿਸ ਦੇ ਵਿੱਚ ਨਹੀਂ ਤੋੜ ਸਕਦੇ। ਮੇਰੇ ਕੋਲ ਇੱਕ ਆਇਰਨ ਦੀ ਸ਼ੀਟ ਹੈ, ਉਹਦੇ ਵਿੱਚ ਮੈਂ ਉਹਦੇ ਐਟਮਸ ਨੂੰ ਬਰੋਕ ਜਾਂ ਬਾਹਰ ਨਹੀਂ ਕੱਢ ਸਕਦੀ, ਠੀਕ ਹੈ। ਉਹੀ ਐਗਜ਼ਾਮਪਲ ਦਿੱਤੀ ਹੋਈ ਹੈ। ਆਪਣੇ ਮਤਲਬ ਸਰਾਊਂਡਿੰਗ ਦੇ ਵਿੱਚ 120 ਐਲੀਮੈਂਟਸ ਹੈਗੇ ਆ ਜਿਹੜੇ ਨੋਨ ਹੈ। ਉਹਦੇ ਵਿੱਚੋਂ 92 ਐਲੀਮੈਂਟਸ ਨੈਚੁਰਲੀ ਮਿਲੇ ਆ, ਮਤਲਬ ਅਰਥ ਦੀ ਕਰਸਟ 'ਤੇ ਮਿਲੇ ਆ। ਅਤੇ ਰਿਮੇਨਿੰਗ ਜਿਹੜੇ ਐਲੀਮੈਂਟ ਹੈ 120 ਵਿੱਚੋਂ ਜਿੰਨੇ 92 ਤੋਂ ਬਾਅਦ ਜਿੰਨੇ ਵੀ ਰਿਮੇਨਿੰਗ ਐਲੀਮੈਂਟ ਹੈ ਉਹ ਸਾਰੇ ਸਾਇੰਟਿਸਟ ਨੇ ਡਿਸਕਵਰ ਕੀਤੇ ਆ ਲੈਬੋਰਟਰੀਜ਼ ਦੇ ਵਿੱਚ, ਠੀਕ ਹੈ। ਤਾਂ ਸਾਇੰਟਿਸਟ ਨੇ ਕੀ ਹੈ ਇਹਨਾਂ ਨੂੰ ਫਾਈਂਡ ਕੀਤਾ ਅਦਰ ਐਲੀਮੈਂਟਸ ਨੂੰ। ਇੱਕ ਨੈਚੁਰਲੀ ਐਲੀਮੈਂਟਸ ਹੋ ਗਏ, ਇੱਕ ਆਰਟੀਫਿਸ਼ੀਅਲ ਐਲੀਮੈਂਟਸ ਹੋ ਗਏ, ਕਲੀਅਰ। ਹੁਣ ਕੀ ਹੈ ਕਰੈਕਟਰਿਸਟਿਕਸ ਆਫ ਐਲੀਮੈਂਟ। ਇਹ ਐਲੀਮੈਂਟਸ ਦੇ ਕੀ ਕਰੈਕਟਰਿਸਟਿਕ ਹੈ। ਐਲੀਮੈਂਟ ਇਜ਼ ਅ ਪਿਓਰ ਸਬਸਟਾਂਸ। ਜਿਹੜਾ ਇੱਕ ਐਲੀਮੈਂਟ ਹੁੰਦਾ ਹੈ, ਜਿਵੇਂ ਮੰਨ ਲਓ ਆਇਰਨ ਦਾ ਐਲੀਮੈਂਟ ਹੈ ਮੇਰੇ ਕੋਲ, ਇਹ ਇੱਕ ਪਿਓਰ ਸਬਸਟਾਂਸ ਹੈ। ਪਿਓਰ ਮਤਲਬ ਕਿ ਸੇਮ ਕਾਈਂਡ ਆਫ ਐਟਮਸ ਨੂੰ ਜੋੜ ਕੇ ਬਣਿਆ। ਜੇ ਇੰਪਿਓਰ ਦੀ ਗੱਲ ਕਰਾਂ ਉਹਦੇ ਵਿੱਚ 2 ਔਰ ਮੋਰ ਐਟਮਸ ਜੁੜੇ ਹੋਣ, ਪਰ ਇਹ ਸੇਮ ਕਾਈਂਡ ਆਫ ਐਟਮਸ ਨੂੰ ਜੋੜ ਕੇ ਬਣਿਆ ਤਾਂ ਇੱਕ ਪਿਓਰ ਸਬਸਟਾਂਸ ਹੈ। ਇਟ ਇਜ਼ ਮੇਡ ਅਪ ਆਫ ਓਨਲੀ 1 ਕਾਈਂਡ ਆਫ ਪਾਰਟੀਕਲ। ਇਹ ਸਿਰਫ 1 ਕਾਈਂਡ ਆਫ ਪਾਰਟੀਕਲ ਨੂੰ ਜੋੜ ਕੇ ਬਣੇ ਹੋਏ ਆ। ਇਹ ਨੈਚੁਰਲੀ ਵੀ ਅਕਰਿੰਗ ਹੋ ਸਕਦੇ ਐਲੀਮੈਂਟਸ ਅਤੇ ਆਰਟੀਫਿਸ਼ਲੀ ਵੀ ਸਾਇੰਟਿਸਟ ਨੇ ਪ੍ਰਪੇਅਰ ਕੀਤੇ ਹੋ ਸਕਦੇ ਆ, ਠੀਕ ਹੈ। ਐਲੀਮੈਂਟਸ ਜਿਹੜੇ ਹੁੰਦੇ ਆ ਉਹ ਤਿੰਨੋਂ ਸਟੇਟਸ ਆਫ ਮੈਟਰ ਵਿੱਚ ਐਗਜ਼ਿਸਟ ਕਰ ਸਕਦੇ ਆ, ਦੈਟ ਇਜ਼ ਸੋਲਿਡ, ਲਿਕੁਇਡ ਜਾਂ ਗੈਸ। ਜਿਵੇਂ ਹਾਈਡਰੋਜਨ ਗੈਸ਼ੀਅਸ ਫਾਰਮ ਹੈ, ਜਾਂ ਕੋਈ ਹੋਰ ਲੈ ਲਓ ਆਇਰਨ ਹੈ ਉਹ ਸੋਲਿਡ ਫਾਰਮ ਹੈ, ਠੀਕ ਹੈ। ਜਿਹੜੀ ਮਰਕਰੀ ਹੈ ਉਹ ਲਿਕੁਇਡ ਫਾਰਮ ਹੈ। ਤਾਂ ਇੱਦਾਂ ਮਤਲਬ ਜਿਹੜੇ ਐਲੀਮੈਂਟਸ ਹੈ ਉਹ ਤਿੰਨੋਂ ਫਿਜ਼ੀਕਲ ਸਟੇਟ ਵਿੱਚ ਐਗਜ਼ਿਸਟ ਕਰ ਸਕਦੇ ਆ। ਹੁਣ ਨੈਕਸਟ ਆ ਗਿਆ ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਇਹ ਐਲੀਮੈਂਟਸ ਦੀ ਫਿਜ਼ੀਕਲ ਅਤੇ ਕੈਮੀਕਲ ਪ੍ਰੋਪਰਟੀਜ਼ ਦੇ ਅਕੋਰਡਿੰਗ ਐਲੀਮੈਂਟਸ ਨੂੰ 4 ਮੇਨ ਗਰੁੱਪਸ ਵਿੱਚ ਡਿਵਾਈਡ ਕੀਤਾ ਹੋਇਆ, ਦੈਟ ਇਜ਼ ਮੈਟਲਸ, ਨੋਨ ਮੈਟਲਸ, ਮੈਟਾਲੋਇਡਸ ਅਤੇ ਨੋਬਲ ਗੈਸਿਸ। ਨੋਬਲ ਗੈਸਿਸ ਨੂੰ ਆਪਾਂ ਇਨਰਟ ਗੈਸਿਸ ਵੀ ਬੋਲਦੇ ਹਾਂ। ਮੈਟਲ, ਨੋਨ ਮੈਟਲ ਆਪਾਂ ਪਹਿਲਾਂ ਵੀ ਥੋੜ੍ਹੇ ਬਹੁਤ ਪੜ੍ਹੇ ਹੋਏ ਆ, ਬਟ ਸਟਿਲ ਇੱਥੇ ਆਪਾਂ ਓਵਰਵਿਊ ਲੈ ਲੈਂਦੇ ਹਾਂ ਕਿ ਮੈਟਲ, ਨੋਨ ਮੈਟਲ, ਮੈਟਾਲੋਇਡਸ ਵਗੈਰਾ ਕੀ ਹੁੰਦੇ ਆ, ਠੀਕ ਹੈ। ਤਾਂ ਫਸਟ ਕਲਾਸੀਫਿਕੇਸ਼ਨ ਆ ਗਈ ਆਪਣੇ ਕੋਲ ਐਲੀਮੈਂਟ, ਦੈਟ ਇਜ਼ ਮੈਟਲ। ਸਾਰੇ ਜਿਹੜੇ ਮੈਟਲ ਹੁੰਦੇ ਆ ਉਹ ਸੋਲਿਡ ਹੁੰਦੇ ਆ। ਜਿੰਨੇ ਵੀ ਮੈਟਲ ਹੈ ਸਾਰੇ, ਜਿਵੇਂ ਮੰਨ ਲਓ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਕਾਪਰ, ਸਾਰੇ ਮੈਟਲਸ ਕਿਹੜੇ ਹੋਣਗੇ ਸੋਲਿਡ ਹੋਣਗੇ ਰੂਮ ਟੈਂਪਰੇਚਰ 'ਤੇ। ਬਟ ਇੱਕ ਹੀ ਐਕਸੈਪਸ਼ਨਲ ਕੇਸ ਹੈ ਮਰਕਰੀ। ਮਰਕਰੀ ਇੱਕ ਮੈਟਲ ਹੈ ਬਟ ਉਹ ਲਿਕੁਇਡ ਹੈ ਰੂਮ ਟੈਂਪਰੇਚਰ 'ਤੇ, ਠੀਕ ਹੈ। ਸੈਕਿੰਡ ਹੈ ਕਿ ਸਾਰੇ ਮੈਟਰ ਲਸਟਰਸ ਹੁੰਦੇ। ਲਸਟਰਸ ਮਤਲਬ ਸ਼ਾਈਨੀ ਹੁੰਦੇ, ਜਿਵੇਂ ਗੋਲਡ ਹੈ ਇਹ ਸਾਰੇ ਸ਼ਾਈਨੀ ਹੈ ਨਾ। ਤਾਂ ਜਿਹੜੇ ਮੈਟਲ ਹੈ ਉਹ ਹੋ ਗਏ ਲਸਟਰਸ, ਮਤਲਬ ਉਹਨਾਂ ਦੀ ਸ਼ਾਈਨੀ ਅਪੀਅਰੈਂਸ ਹੈ। ਡਕਟਾਈਲ ਮਤਲਬ ਸਾਰੇ ਹੀ ਮੈਟਲਸ ਨੂੰ ਆਪਾਂ ਵਾਇਰਸ ਵਿੱਚ ਕਨਵਰਟ ਕਰ ਸਕਦੇ ਹਾਂ। ਜਿਵੇਂ ਆਪਾਂ ਗੋਲਡ ਦੀਆਂ ਵਾਇਰਸ ਬਣਾ ਸਕਦੇ ਹਾਂ ਜਾਂ ਸਿਲਵਰ ਦੀਆਂ ਵਾਇਰਸ ਬਣਾ ਸਕਦੇ ਹਾਂ। ਤਾਂ ਉਹ ਜਦੋਂ ਆਪਾਂ ਇੱਕ ਮੈਟਲ ਨੂੰ ਵਾਇਰ 'ਚ ਕਨਵਰਟ ਕਰ ਸਕਦੇ ਹਾਂ ਤਾਂ ਉਹਨੂੰ ਬੋਲਦੇ ਹਾਂ ਆਪਾਂ ਡਕਟਾਈਲ ਜਾਂ ਡਕਟਿਲਿਟੀ। ਮੈਟਲਸ ਕੀ ਹੈ ਮੈਲੇਬਲ ਵੀ ਹੁੰਦੇ ਆ। ਮੈਲੇਬਲ ਦਾ ਮਤਲਬ ਕੀ ਹੁੰਦਾ ਕਿ ਮੈਟਲਸ ਨੂੰ ਆਪਾਂ ਮਤਲਬ ਹੈਮਰ ਕਰਕੇ ਉਹਨਾਂ ਦੀਆਂ ਥਿਨ ਸ਼ੀਟਸ ਵੀ ਬਣਾ ਸਕਦੇ ਹਾਂ। ਇਹਨੂੰ ਬਿਲਕੁਲ ਮਤਲਬ ਇੱਦਾਂ ਸ਼ੀਟ ਵਿੱਚ ਵੀ ਕਨਵਰਟ ਕਰ ਸਕਦੇ ਹਾਂ। ਤਾਂ ਮੈਟਲਸ ਕੀ ਹੈ ਮੈਲੇਬਲ ਵੀ ਹੈ, ਮੈਟਲ ਡਕਟਾਈਲ ਵੀ ਹੈ, ਠੀਕ ਹੈ। ਸਾਰੇ ਜਿਹੜੇ ਮੈਟਲਸ ਹੁੰਦੇ ਆ ਉਹ ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ ਹੁੰਦੇ ਆ। ਮਤਲਬ ਉਹਨਾਂ ਵਿੱਚੋਂ ਹੀਟ ਵੀ ਪਾਸ ਹੋ ਸਕਦੀ ਹੈ, ਉਹਨਾਂ ਵਿੱਚੋਂ ਇਲੈਕਟ੍ਰੀਸਿਟੀ ਵੀ ਪਾਸ ਹੋ ਸਕਦੀ ਹੈ, ਠੀਕ ਹੈ। ਇਹ ਹੁੰਦੇ ਆਪਣੇ ਕੋਲ ਮੈਟਲਸ। ਨੈਕਸਟ ਕਲਾਸੀਫਿਕੇਸ਼ਨ ਆ ਗਈ ਆਪਣੇ ਕੋਲ ਐਲੀਮੈਂਟਸ ਦੀ, ਦੈਟ ਇਜ਼ ਨੋਨ ਮੈਟਲਸ। ਨੋਨ ਮੈਟਲ ਜਿਹੜੇ ਹੁੰਦੇ ਆ ਜਨਰਲੀ ਲਿਕੁਇਡ ਅਤੇ ਗੈਸਿਸ ਹੁੰਦੇ ਆ ਰੂਮ ਟੈਂਪਰੇਚਰ 'ਤੇ। ਜਿਵੇਂ ਮੈਟਲ ਸਾਰੇ ਸੋਲਿਡ ਸੀਗੇ ਐਕਸੈਪਟ ਮਰਕਰੀ, ਉਵੇਂ ਜਿਹੜੇ ਨੋਨ ਮੈਟਲਸ ਹੈ ਉਹ ਲਿਕੁਇਡ ਅਤੇ ਗੈਸਿਸ ਹੁੰਦੇ ਆ ਰੂਮ ਟੈਂਪਰੇਚਰ ਦੇ। ਬਟ ਨੋਨ ਮੈਟਲ ਦਾ ਡਲ ਸਰਫੇਸ ਹੁੰਦਾ, ਮਤਲਬ ਇੰਨਾ ਸ਼ਾਈਨੀ ਸਰਫੇਸ ਨਹੀਂ ਹੁੰਦਾ, ਬਿਲਕੁਲ ਡਲ ਜਿਹਾ ਸਰਫੇਸ ਹੁੰਦਾ।
ਤੇ ਉਹਨੂੰ ਆਪਾਂ ਹੈਮਰ ਨਹੀਂ ਕਰ ਸਕਦੇ, ਉਹਨੂੰ ਹੈਮਰ ਕਰ ਕਰਕੇ ਉਹਨੂੰ ਸ਼ੀਟ ਵਿੱਚ ਨਹੀਂ ਕਨਵਰਟ ਕਰ ਸਕਦੇ, ਉਹਨੂੰ ਵਾਇਰਸ ਵਿੱਚ ਕਨਵਰਟ ਨਹੀਂ ਕਰ ਸਕਦੇ। ਇਸ ਕਰਕੇ ਮੈਟਲਸ ਨੋਨ ਮੈਟਲਸ ਨੋਨ ਮੈਲੇਬਲ ਹੈ ਅਤੇ ਨੋਨ ਡਕਟਾਈਲ ਹੈ। ਠੀਕ ਹੈ, ਅਤੇ ਨੋਨ ਮੈਟਲਸ ਹੈ ਜਿਹੜੇ ਉਹ ਪੂਅਰ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ ਹੈ। ਨੋਨ ਮੈਟਲਸ ਵਿੱਚੋਂ ਹੀਟ ਜਾਂ ਇਲੈਕਟ੍ਰੀਸਿਟੀ ਪਾਸ ਨਹੀਂ ਕਰਦਾ। ਠੀਕ ਹੈ, ਫॉर एग्जाम्पल हाइड्रोजन गैस, ऑक्सीजन गैस, नाइट्रोजन गैस, सल्फर, कार्बन, ये सारे की है अपने कोल नॉन मैटल्स। ठीक है, नैक्सट आ गया अपने कोल मैटालॉइड्स। मैटालॉइड्स नूं की आपां सैमी मैटल्स भी बोलते हैं। सैमी मैटल्स का मतलब की है कि ये इदां दे मतलब एलीमेंट्स हुंदे हैं जिन्हां दीयां प्रॉपर्टीज़ मैटल्स ते नॉन मैटल्स दे विचकार हुंदी है। ठीक है, ये कदे कदे कुछ को एक्सटेंट मैटैलिक प्रॉपर्टी शो करनगे, कुछ को मतलब ये नॉन मैटैलिक शो करनगे। फॉर एग्जाम्पल आर्सैनिक, बोरॉन, सिलिकॉन, ये सारे एग्जाम्पल्स है अपने कोल मैटालॉइड्स दी है। ठीक है, नैक्सट आ गया अपने कोल फोर्थ टाइप एलीमेंट्स दी, दैट इज़ नोबल और इनर्ट गैसेज। दीज आर दोज गैशियस एलीमेंट ਜਿਹੜੇ ਇਹ ਨੋਬਲ ਗੈਸਿਸ ਜਾਂ ਇਨਰਟ ਗੈਸਿਸ ਸਾਰੀਆਂ ਨਾਮ ਤੋਂ ਕਲੀਅਰ ਹੈ ਕਿ ਗੈਸਿਸ ਹੋਣਗੀਆਂ। ਇਹ ਉੱਦਾਂ ਦੀਆਂ ਗੈਸਿਸ ਐਲੀਮੈਂਟ ਹੈ ਜਿਹੜੇ ਕਦੇ ਕਿਸੇ ਹੋਰ ਐਲੀਮੈਂਟ ਨਾਲ ਰਿਐਕਟ ਨਹੀਂ ਕਰਦੇ ਅਤੇ ਹਮੇਸ਼ਾ ਆਪਦੇ ਆਪ 'ਚ ਹੀ ਸਟੇਬਲ ਹੈ, ਆਪਦੇ ਆਪ 'ਚ ਹੀ ਰਹਿੰਦੇ ਆ, ਕਿਸੇ ਹੋਰ ਨਾਲ ਮਤਲਬ ਰਿਐਕਟ ਨਹੀਂ ਕਰ ਸਕਦੇ। ਜਿਵੇਂ ਹੀਲੀਅਮ, ਨਿਓਨ, ਆਰਗਨ, ਕ੍ਰਿਪਟਨ, ਇਹ ਸਾਰੀਆਂ ਨੋਬਲ ਗੈਸਿਸ ਹੈ ਅਤੇ ਕਿਸੇ ਹੋਰ ਨਾਲ ਰਿਐਕਟ ਨਹੀਂ ਕਰਨਗੀਆਂ, ਸਟੇਬਲ ਹੈ। ਠੀਕ ਹੈ, ਨੈਕਸਟ ਟੋਪਿਕ ਹੈ ਆਪਣੇ ਕੋਲ ਕੰਪਾਊਂਡਸ। ਤਾਂ ਕੰਪਾਊਂਡਸ ਕੀ ਹੁੰਦਾ, ਧਿਆਨ ਨਾਲ ਦੇਖੋ। ਕੰਪਾਊਂਡ ਹੁੰਦਾ ਹੈ ਕਿ ਜਦੋਂ ਐਟਮਸ ਆਫ 2 ਔਰ ਮੋਰ ਡਿਫਰੈਂਟ ਐਲੀਮੈਂਟਸ ਕੈਨ ਕੰਬਾਈਨ। ਮੰਨ ਲਓ ਇੱਕ ਆਪਾਂ ਐਟਮਸ ਲਈ ਹਾਈਡਰੋਜਨ ਦੇ, ਠੀਕ ਹੈ, ਇੱਕ ਆਪਾਂ ਐਟਮਸ ਲਈ ਕਲੋਰੀਨ ਦੇ। ਹਾਈਡਰੋਜਨ ਅਤੇ ਕਲੋਰੀਨ ਜਦੋਂ 2 ਡਿਫਰੈਂਟ ਐਲੀਮੈਂਟਸ ਦੇ ਆਪਾਂ ਐਟਮਸ ਕੰਬਾਈਨ ਕਰਵਾਏ ਤਾਂ ਉਹਨੇ ਕੀ ਬਣਾ ਲਿਆ, ਇੱਕ ਕੰਪਾਊਂਡ। ਠੀਕ ਹੈ, ਤਾਂ ਇਹ ਬਣ ਗਿਆ ਆਪਣੇ ਕੋਲ ਕੰਪਾਊਂਡ। ਇਹਦੇ ਵਿੱਚ ਕੀ ਕਿਹਾ ਕਿ ਜਦੋਂ ਐਟਮਸ ਸੇਮ ਐਲੀਮੈਂਟ ਦੇ ਕੰਬਾਈਨ ਕਰਨਗੇ, ਮੰਨ ਲਓ ਇੱਕ ਹਾਈਡਰੋਜਨ, ਜਦੋਂ ਐਟਮ ਸੇਮ ਐਲੀਮੈਂਟ ਦੇ ਕੰਬਾਈਨ ਕਰੇ ਤਾਂ ਉਹਨੇ ਜੋ ਵੀ ਬਣਾਇਆ ਉਹ ਹਮੇਸ਼ਾ ਮੋਲੀਕਿਊਲ ਹੋਊਗਾ, ਉਹ ਕਦੇ ਕੰਪਾਊਂਡ ਨਹੀਂ ਹੋਊਗਾ। ਕਿਉਂਕਿ ਆਪਾਂ ਪੜ੍ਹਿਆ ਨਾ ਮੋਲੀਕਿਊਲ 2 ਟਾਈਪਸ ਦਾ ਹੁੰਦਾ, ਹੋਮੋਅਟੋਮਿਕ ਅਤੇ ਹੈਟਰੋਅਟੋਮਿਕ। ਇਹ ਆਪਣੇ ਕੋਲ ਹੋਮੋਅਟੋਮਿਕ ਮੋਲੀਕਿਊਲ ਬਣ ਗਿਆ। ਇਹ ਆਪਾਂ ਕਦੇ ਵੀ ਇਹਨੂੰ ਕੰਪਾਊਂਡ ਨਹੀਂ ਕਵਾਂਗੇ। ਕੰਪਾਊਂਡ ਉਹਨੂੰ ਹੀ ਕਵਾਂਗੇ ਜਦੋਂ 2 ਐਲੀਮੈਂਟਸ ਦੇ ਡਿਫਰੈਂਟ ਲਏ ਆਪਾਂ ਐਟਮਸ, ਵੀ ਇੱਕ ਆਪਾਂ ਹਾਈਡਰੋਜਨ ਲੈ ਲਿਆ, ਇੱਕ ਕਲੋਰੀਨ ਲੈ ਲਿਆ, ਉਹਨਾਂ ਨੂੰ ਮਿਕਸ ਕਰਕੇ ਕੰਪਾਊਂਡ ਬਣ ਗਿਆ। ਇਹ ਆਪਣੇ ਕੋਲ ਮੋਲੀਕਿਊਲ ਨਹੀਂ ਬਣਿਆ। ਠੀਕ ਹੈ, ਜਿਵੇਂ HCl, NaCl, NO2, ਇਹ ਸਾਰੇ ਆਪਣੇ ਕੋਲ ਕਿਹੜੇ ਆ, ਕੰਪਾਊਂਡਸ। ਕੰਪਾਊਂਡ ਜਿਹੜੀਆਂ ਹੁੰਦੀਆਂ ਉਹਨਾਂ ਦੀਆਂ ਕੁਛ ਕੁ ਫਿਜ਼ੀਕਲ ਪ੍ਰੋਪਰਟੀਜ਼ ਹੁੰਦੀਆਂ ਸਾਰੇ ਕੰਪਾਊਂਡਸ ਦੀਆਂ, ਜਿਵੇਂ ਕਿ ਫਿਜ਼ੀਕਲ ਸਟੇਟ ਹੁੰਦੀ ਉਹਨਾਂ ਦੀ ਕੋਈ ਨਾ ਕੋਈ, ਡੈਂਸਿਟੀ, ਕਲਰ, ਆਰਡਰ, ਮਤਲਬ ਸਮੈਲ, ਟੇਸਟ ਹੁੰਦਾ, ਕੁਛ ਮੈਲਟਿੰਗ ਜਾਂ ਬੋਇਲਿੰਗ ਪੁਆਇੰਟ ਹੁੰਦਾ। ਅਤੇ ਇਹਨਾਂ ਦੀ ਜਿਹੜੀ ਕੈਮੀਕਲ ਪ੍ਰੋਪਰਟੀਜ਼ ਹੈ ਉਹ ਹੁੰਦੀ ਹੈ ਕਿ ਜਦੋਂ ਦੂਜੇ ਨਾਲ ਰਿਐਕਟ ਕਰਦੇ, ਜਿਵੇਂ ਮੰਨ ਲਓ HCl ਅਗਰ ਕਿਸੇ ਦੂਜੇ ਨਾਲ ਰਿਐਕਟ ਕਰੂਗਾ ਤਾਂ ਉਦੋਂ HCl ਦੀ ਜਿਹੜੀ ਪ੍ਰੋਪਰਟੀਜ਼ ਹੈ, ਕੈਮੀਕਲ ਪ੍ਰੋਪਰਟੀਜ਼, ਉਹ ਬਿਲਕੁਲ ਚੇਂਜ ਕਰ ਜਾਣਗੀਆਂ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਕਰੈਕਟਰਿਸਟਿਕਸ ਆਫ ਕੰਪਾਊਂਡਸ। ਕੰਪਾਊਂਡ ਦੀ ਕੀ ਕਰੈਕਟਰਿਸਟਿਕ ਹੈ? ਕੰਪਾਊਂਡ ਇਜ਼ ਅ ਪਿਓਰ ਸਬਸਟਾਂਸ। ਕੰਪਾਊਂਡ ਵੀ ਇੱਕ ਪਿਓਰ ਸਬਸਟਾਂਸ ਹੈ। ਪਿਓਰ ਸਬਸਟਾਂਸ ਦਾ ਮਤਲਬ ਕੀ ਹੈ ਕਿ ਹਾਈਡਰੋਜਨ ਲਿਆ ਅਤੇ ਕਲੋਰੀਨ ਲਿਆ, ਇਹਦੇ ਵਿੱਚ ਹੁਣ ਜਿਹੜੇ ਸਾਰੇ ਐਟਮਸ ਹੈ ਉਹ ਹਾਈਡਰੋਜਨ ਅਤੇ ਕਲੋਰੀਨ ਦੇ ਹੈ, ਤਾਂ ਇੱਕ ਪਿਓਰ ਹੈ, ਯੂਨੀਫਾਰਮਿਟੀ ਹੈ ਇਹਦੇ ਵਿੱਚ। ਠੀਕ ਹੈ, ਕੰਪਾਊਂਡ ਹੈਜ਼ ਅ ਯੂਨੀਫਾਰਮ ਕੰਪੋਜੀਸ਼ਨ। ਯੂਨੀਫਾਰਮ ਮਤਲਬ ਹੋਮੋਜੀਨੀਅਸ ਇਨ ਨੇਚਰ, ਕਿ ਪ੍ਰੋਪਰਲੀ ਮਿਕਸ ਹੁੰਦੇ ਆ ਸਾਰੇ ਐਟਮਸ। ਕੋਈ ਇੱਦਾਂ ਨਹੀਂ ਹੈ ਕਿ ਆਪਾਂ ਨੂੰ ਦਿਖੂਗਾ ਵੀ ਹਾਈਡਰੋਜਨ ਆ ਰਿਹਾ, ਕਲੋਰੀਨ ਆ ਰਿਹਾ, ਪ੍ਰੋਪਰਲੀ ਮਿਕਸ ਹੋਣਗੇ, ਯੂਨੀਫਾਰਮ ਮਿਕਸ ਹੋਣਗੇ। ਕੰਪਾਊਂਡ ਦੀਆਂ ਡਿਸਟਿੰਕਟ ਪ੍ਰੋਪਰਟੀਜ਼, ਮਤਲਬ ਕਿ ਜੇ ਹਾਈਡਰੋਜਨ ਦੀਆਂ ਪ੍ਰੋਪਰਟੀਜ਼ ਕੁਛ ਹੋਰ ਹੈ, ਕਲੋਰੀਨ ਦੀਆਂ ਪ੍ਰੋਪਰਟੀਜ਼ ਕੁਛ ਹੋਰ ਹੈ, ਬਟ ਦੋਨਾਂ ਨੂੰ ਮਿਕਸ ਕਰਨ 'ਤੇ ਜੋ ਨਵੀਂ ਚੀਜ਼ ਬਣੀ ਹੈ ਉਹਦੀ ਨਵੀਂ ਚੀਜ਼, ਉਹ ਕੰਪਾਊਂਡ ਦੀ ਪ੍ਰੋਪਰਟੀਜ਼ ਇੰਟਾਇਰਲੀ ਡਿਫਰੈਂਟ ਹੈ ਹਾਈਡਰੋਜਨ ਅਤੇ ਕਲੋਰੀਨ ਤੋਂ। ਠੀਕ ਹੈ, ਅਤੇ ਜਿਹੜੇ ਐਲੀਮੈਂਟਸ ਹੁੰਦੇ ਆ ਕੰਪਾਊਂਡ ਦੇ ਵਿੱਚ ਉਹਨਾਂ ਨੂੰ ਆਪਾਂ ਸੈਪਰੇਟ ਨਹੀਂ ਕਰ ਸਕਦੇ ਬਾਈ ਫਿਜ਼ੀਕਲ ਮੈਥਡਸ, ਵੀ ਹੈਂਡ ਪਿਕਿੰਗ ਨਾਲ ਜਾਂ ਸੀਵਿੰਗ ਨਾਲ ਜਾਂ ਫਿਲਟਰੇਸ਼ਨ ਨਾਲ। ਇੱਦਾਂ ਆਪਾਂ ਫਿਜ਼ੀਕਲ ਮੈਥਡ ਨਾਲ ਇਹਨਾਂ ਦੇ ਐਲੀਮੈਂਟਸ ਨੂੰ ਸੈਪਰੇਟ ਨਹੀਂ ਕਰ ਸਕਦੇ, ਬਟ ਹਾਂ ਕੈਮੀਕਲ ਕੋਈ ਮੈਥਡਸ ਹੋਣਗੇ ਤਾਂ ਉਹਨਾਂ ਨਾਲ ਆਪਾਂ ਸੈਪਰੇਟ ਕੰਪਾਊਂਡਸ ਨੂੰ ਕਰ ਸਕਦੇ ਹਾਂ। ਠੀਕ ਹੈ, ਜਦੋਂ ਆਪਾਂ ਕੰਪਾਊਂਡ ਬਣਾ ਰਹੇ ਹੁੰਦੇ ਹਾਂ, ਕੰਪਾਊਂਡ ਵਿੱਚ ਬਣਾਉਣ ਵਕਤ ਜਾਂ ਤਾਂ ਐਨਰਜੀ ਰਿਲੀਜ਼ ਹੁੰਦੀ ਹੈ ਜਾਂ ਐਨਰਜੀ ਦੇਣੀ ਪੈਂਦੀ ਹੈ ਕੰਪਾਊਂਡ ਦੀ ਫਾਰਮੇਸ਼ਨ ਵਾਲੇ। ਠੀਕ ਹੈ, ਇਹ ਐਂਡੋ ਜਾਂ ਐਗਜ਼ੋਥਰਮਿਕ ਦੋਨੋਂ ਰਿਐਕਸ਼ਨ ਸ਼ੋ ਕਰ ਸਕਦੇ ਆ। ਨੈਕਸਟ ਆ ਗਿਆ ਸਿੰਬਲਸ ਆਫ ਐਲੀਮੈਂਟਸ। ਹੁਣ ਐਲੀਮੈਂਟਸ ਤਾਂ ਇੰਨੇ ਸਾਰੇ ਆਪਾਂ ਪੜ੍ਹੇ ਸੀ ਕਿ 120 ਐਲੀਮੈਂਟਸ ਹੈ, ਵਿੱਚੋਂ 92 ਨੈਚੁਰਲੀ ਅਕਰਿੰਗ ਹੈ, ਬਾਕੀ ਸਾਰੇ ਜਿਹੜੇ ਸਾਇੰਟਿਸਟ ਨੇ ਡਿਸਕਵਰ ਕੀਤੇ ਹੋਏ ਹੈ। ਹੁਣ ਉਹ ਇੱਕ ਐਲੀਮੈਂਟ ਦਾ ਨੇਮ ਐਜ਼ ਸੱਚ ਯਾਦ ਰੱਖਣਾ ਜਾਂ ਮਤਲਬ ਪ੍ਰੋਪਰ ਲਿਖਣਾ ਕਿ ਇੱਦਾਂ ਹਾਈਡਰੋਜਨ ਪਲੱਸ ਕਲੋਰੀਨ, ਠੀਕ ਹੈ, ਗਿਵ ਰਾਈਜ਼ ਟੂ ਹਾਈਡਰੋਜਨ ਕਲੋਰਾਈਡ, ਇੱਦਾਂ ਮਤਲਬ ਪੂਰੇ ਨਾਮ ਲਿਖਣੇ ਦਾ ਕਾਫੀ ਡਿਫੀਕਲਟ ਹੈ। ਤਾਂ ਸਾਇੰਟਿਸਟ ਨੇ ਕੀ ਕਿਹਾ ਕਿ ਆਪਾਂ ਐਲੀਮੈਂਟਸ ਨੂੰ ਨਾ ਕੁਛ ਸ਼ਾਰਟ ਫਾਰਮ ਦੇ ਦਿੰਦੇ ਹਾਂ। ਸ਼ਾਰਟ ਫਾਰਮ ਦੇਣ ਤੋਂ ਬਾਅਦ ਆਪਾਂ ਨੂੰ ਕੈਮੀਕਲ ਰਿਐਕਸ਼ਨਸ ਵਗੈਰਾ ਲਿਖਣੀਆਂ ਕਾਫੀ ਈਜ਼ੀ ਹੋ ਜਾਣਗੀਆਂ।
ਤਾਂ ਉਹ ਉਹਨਾਂ ਨੇ ਕੀ ਹੈ ਸ਼ਾਰਟ ਐਬਰੀਵੇਸ਼ਨਸ ਦੇਣੀ ਸ਼ੁਰੂ ਕਰ ਦਿੱਤੀ, ਜਿਵੇਂ ਹਾਈਡਰੋਜਨ ਨੂੰ H ਦੇਤਾ, ਕਲੋਰੀਨ ਨੂੰ Cl ਦੇਤਾ, ਤਾਂ HCl ਬਣਾਤਾ ਹਾਈਡਰੋਜਨ ਕਲੋਰਾਈਡ। ਤਾਂ ਇਹ ਚੀਜ਼ ਕਰਨ 'ਤੇ ਕੀ ਹੈ ਮਤਲਬ ਜਿਹੜੀ ਇੱਕ ਕੈਮੀਕਲ ਰਿਐਕਸ਼ਨ ਲਿਖਣੀ ਸੌਖੀ ਹੋ ਗਈ ਸੀ। ਤਾਂ ਉਸ ਇਹਨਾਂ ਨੂੰ ਆਪਾਂ ਬੋਲਦੇ ਹਾਂ ਸਿੰਬਲਸ ਆਫ ਦਾ ਐਲੀਮੈਂਟਸ। ਸਿਗਨੀਫਿਕੈਂਸ ਕੀ ਇਹਨਾਂ ਦਾ ਮੇਨ ਕੰਮ ਕੀ ਹੈ ਕਿ ਇਹਨਾਂ ਨੇ ਇੱਕ ਐਲੀਮੈਂਟ ਦਾ ਨੇਮ ਦਿੱਤਾ, ਉਹਦੇ ਵਿੱਚ ਕਿੰਨੇ ਨੰਬਰ ਆਫ ਐਟਮਸ ਕੰਬਾਈਨ ਐਲੀਮੈਂਟ ਵਿੱਚ ਉਹ ਵੀ ਆਪਾਂ ਨੂੰ ਸਿੰਬਲ ਥਰੂ ਹੀ ਪਤਾ ਲੱਗ ਜਾਂਦੇ ਸੀ। ਜਿਵੇਂ ਹਾਈਡਰੋਜਨ ਹੈ, ਹਾਈਡਰੋਜਨ ਨੂੰ ਆਪਾਂ ਹਮੇਸ਼ਾ H2 ਲਿਖਦੇ ਹੁੰਦੇ ਹਾਂ, ਕਦੇ ਵੀ ਆਪਾਂ ਹਾਈਡਰੋਜਨ ਨੂੰ ਇਕੱਲਾ H ਨਹੀਂ ਲਿਖਦੇ। ਇਹ ਤੁਸੀਂ ਵੱਡੇ ਕਲਾਸਿਸ 'ਚ ਪੜ੍ਹੋਗੇ ਕਿਉਂ ਇੱਦਾਂ ਹੁੰਦਾ। ਤਾਂ ਹਾਈਡਰੋਜਨ ਵਿੱਚ ਆਪਾਂ ਸਿੰਬਲ ਲਿਖਣ ਵਕਤ H2 ਲਿਖਦੇ ਹਾਂ ਤਾਂ ਜੋ ਕਿ ਆਪਾਂ ਨੂੰ ਪਤਾ ਲੱਗ ਜੇ ਕਿ ਨੰਬਰ ਆਫ ਐਟਮਸ ਹਾਈਡਰੋਜਨ ਦੇ ਕਿੰਨੇ ਹੈ 2। ਠੀਕ ਹੈ, ਤਾਂ ਆਪਾਂ ਨੂੰ ਨੇਮ ਆਫ ਐਲੀਮੈਂਟ ਤੇ ਨੰਬਰ ਆਫ ਐਟਮਸ ਦਾ ਪਤਾ ਲੱਗ ਜਾਂਦਾ। ਨੈਕਸਟ ਆ ਗਿਆ ਆਪਣੇ ਕੋਲ ਅਟੋਮਿਸਿਟੀ ਆਫ ਐਨ ਐਲੀਮੈਂਟ। ਅਟੋਮਿਸਿਟੀ ਦਾ ਮਤਲਬ ਹੁੰਦਾ ਹੈ ਕਿ ਕਿੰਨੇ ਨੰਬਰ ਆਫ ਪ੍ਰੈਜ਼ੈਂਟ ਇੱਕ ਮੋਲੀਕਿਊਲ ਦੇ ਵਿੱਚ ਪ੍ਰੈਜ਼ੈਂਟ ਹੈ। ਜਿਵੇਂ ਫਾਰ ਐਗਜ਼ਾਮਪਲ ਆਪਣੇ ਕੋਲ ਹੈਗਾ ਨਿਓਨ। ਨਿਓਨ ਹੁਣ ਇਕੱਲਾ ਨਾ ਇਹਦੇ ਪੈਰ 'ਚ ਕੋਈ 2 ਜਾਂ 3 ਨਹੀਂ ਹੈਗਾ, ਅਤੇ ਨਿਓਨ ਕਿਹੜਾ ਹੈ, ਨਿਓਨ ਵਿੱਚ ਕਿੰਨੇ ਨੰਬਰ ਆਫ ਐਟਮ ਹੈ 1। ਜੇ ਮੈਂ ਗੱਲ ਕਰਾਂ H2 ਦੀ ਤਾਂ ਇਹਦੇ ਵਿੱਚ ਕਿੰਨੇ ਨੰਬਰ ਆਫ ਐਟਮਸ ਪ੍ਰੈਜ਼ੈਂਟ ਹੈ 2। ਜੇ ਮੈਂ ਗੱਲ ਕਰਾਂ Cl2 ਦੀ ਕਿੰਨੇ ਨੰਬਰ ਆਫ ਐਟਮਸ ਹੈ 2। ਜੇ O3 ਓਜ਼ੋਨ ਵਿੱਚ ਕਿੰਨੇ ਨੰਬਰ ਆਫ ਐਟਮਸ ਹੈ 3। ਤਾਂ ਇਹੀ ਵੀ ਆਪਾਂ ਨੰਬਰ ਆਫ ਐਟਮਸ ਕਾਊਂਟ ਕਰ ਰਹੇ ਹਾਂ ਇੱਕ ਮੋਲੀਕਿਊਲ ਦੇ ਵਿੱਚ, ਤਾਂ ਉਸ ਨੰਬਰ ਆਫ ਐਟਮਸ ਨੂੰ ਬੋਲਦੇ ਹਾਂ ਆਪਾਂ ਅਟੋਮਿਸਿਟੀ। ਤਾਂ ਅਟੋਮਿਸਿਟੀ ਦੀਆਂ ਕੁਛ ਕੁ ਮਤਲਬ ਟਾਈਪਸ ਹੁੰਦੀਆਂ ਅੱਗੇ, ਜਿਵੇਂ ਮੋਨੋ ਅਟੋਮਿਕ ਮੋਲੀਕਿਊਲ। ਮੋਨੋ ਮਤਲਬ 1 ਐਟਮ, ਅਟੋਮਿਕ ਮਤਲਬ ਐਟਮ। ਉਹ ਵਾਲੇ ਮੋਲੀਕਿਊਲ ਜਿਹਨਾਂ 'ਚ ਸਿਰਫ 1 ਐਟਮ ਹੀ ਲੱਗਾ ਹੋਊਗਾ, ਜਿਵੇਂ ਹੀਲੀਅਮ, ਨਿਓਨ, ਆਰਗਨ, ਕ੍ਰਿਪਟਨ, ਜ਼ੀਨੋਨ, ਜਿੰਨੇ ਵੀ ਮਤਲਬ ਨੋਬਲ ਗੈਸਿਸ ਹੈ, ਇਨਰਟ ਗੈਸਿਸ ਹੈ, ਉਹਨਾਂ 'ਤੇ 1 ਐਟਮ ਹੀ ਲੱਗਾ ਹੁੰਦਾ, ਉਹਨਾਂ ਨੂੰ ਆਪਾਂ ਬੋਲਦੇ ਹਾਂ ਮੋਨੋ ਅਟੋਮਿਕ ਮੋਲੀਕਿਊਲਸ। ਠੀਕ ਹੈ, ਅਤੇ ਹੋਰ ਆਪਣੇ ਕੋਲ ਹੁੰਦੀਆਂ ਜਿਹੜੇ ਸਿੰਪਲ ਗੈਸਿਸ ਹੁੰਦੇ, ਜਿਵੇਂ ਹਾਈਡਰੋਜਨ ਗੈਸ, ਨਾਈਟ੍ਰੋਜਨ, ਆਕਸੀਜਨ, ਕਲੋਰੀਨ, ਇਹਨਾਂ ਦੇ ਪੈਰ 'ਚ ਹਮੇਸ਼ਾ 2 ਪਾਇਆ ਹੁੰਦਾ। 2 ਮਤਲਬ ਕੀ ਹੈ ਕਿ 2 ਐਟਮਸ ਜਿਹੜੇ ਹਾਈਡਰੋਜਨ ਦੇ ਕੰਬਾਈਨ ਕੀਤੇ ਹੋਏ ਆ ਹਾਈਡਰੋਜਨ ਮੋਲੀਕਿਊਲ ਵਿੱਚ। ਤਾਂ ਜਦੋਂ ਡਾਈ ਮਤਲਬ 2, ਐਟੋਮਿਕ ਮਤਲਬ ਐਟਮ, ਜਦੋਂ 2 ਐਟਮਸ ਕੰਬਾਈਨ ਕੀਤੇ ਹੋਣ ਤਾਂ ਉਹਦਾ ਮਤਲਬ ਕੀ ਹੈ ਡਾਈ ਐਟੋਮਿਕ ਮੋਲੀਕਿਊਲ ਹੈ। ਕਲੀਅਰ। ਨੈਕਸਟ ਆ ਗਿਆ ਆਪਣੇ ਕੋਲ ਟਰਾਈ ਐਟੋਮਿਕ। ਟਰਾਈ ਮਤਲਬ 3, ਐਟੋਮਿਕ ਮਤਲਬ ਐਟਮਸ। ਜਦੋਂ ਇੱਕ ਮੋਲੀਕਿਊਲ ਦੇ ਵਿੱਚ 3 ਐਟਮਸ ਲੱਗੇ ਹੋਣ, ਜਿਵੇਂ ਓਜ਼ੋਨ ਵਿੱਚ 3 ਐਟਮਸ ਲੱਗੇ ਆ ਨਾ, ਤਾਂ ਇਹ ਹੈਗਾ ਟਰਾਈ ਐਟੋਮਿਕ ਮੋਲੀਕਿਊਲ। ਪੋਲੀ ਮਤਲਬ ਮੋਰ ਦੈਨ 4 ਜਾਂ ਮੋਰ ਦੈਨ 4। ਤਾਂ ਜਿਹੜੇ ਵੀ ਐਟਮ ਵਿੱਚ ਮੋਲੀਕਿਊਲ ਦੇ ਵਿੱਚ, ਫਾਰ ਐਗਜ਼ਾਮਪਲ ਫਾਸਫੋਰਸ ਦੇ ਪੈਰ 'ਚ ਹਮੇਸ਼ਾ 4 ਹੁੰਦਾ, ਮਤਲਬ ਇਹਦੇ ਵਿੱਚ 4 ਐਟਮਸ ਲੱਗੇ ਹੋਏ ਆ ਕਾਹਦੇ, ਫਾਸਫੋਰਸ ਦੇ। ਸਲਫਰ ਹੁੰਦਾ S8 ਲੱਗਾ ਹੋਇਆ, ਮਤਲਬ ਨੰਬਰ ਆਫ ਐਟਮਸ ਆਫ ਸਲਫਰ ਕਿੰਨੇ ਆ 8, ਤਾਂ ਇਹ ਪੋਲੀ ਐਟੋਮਿਕ ਮੋਲੀਕਿਊਲ ਹੈ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਵੈਲੈਂਸੀ। ਵੈਲੈਂਸੀ ਕੀ ਹੁੰਦੀ ਹੈ, ਕੰਬਾਈਨਿੰਗ ਕਪੈਸਿਟੀ ਆਫ ਐਨ ਐਲੀਮੈਂਟ। ਕੰਬਾਈਨਿੰਗ ਕਪੈਸਿਟੀ ਆਫ ਐਨ ਐਲੀਮੈਂਟ ਮਤਲਬ ਕਿ ਧਿਆਨ ਨਾਲ ਦੇਖੋ, ਫਾਰ ਐਗਜ਼ਾਮਪਲ ਮੇਰੇ ਕੋਲ ਹੈਗਾ ਨਾਈਟ੍ਰੋਜਨ ਹੈ ਮੇਰੇ ਕੋਲ। ਠੀਕ ਹੈ, ਇੱਕ ਐਲੀਮੈਂਟ ਦਾ ਨੇਮ ਹੈ ਨਾਈਟ੍ਰੋਜਨ। ਨਾਈਟ੍ਰੋਜਨ ਦਾ ਸਭ ਤੋਂ ਪਹਿਲਾਂ ਅਟੋਮਿਕ ਨੰਬਰ ਕਿੰਨਾ ਹੁੰਦਾ, ਹਾਈਡਰੋਜਨ, ਹੀਲੀਅਮ, ਲਿਥੀਅਮ, ਬਰੀਲੀਅਮ, ਬੋਰਨ, ਕਾਰਬਨ, ਨਾਈਟ੍ਰੋਜਨ 7। ਠੀਕ ਹੈ, ਫਿਰ ਕੀ ਕਰਨਾ, ਇਹਦੀ ਕੌਨਫੀਗਰੇਸ਼ਨ ਲਿਖਣੀ ਹੁੰਦੀ ਹੈ। ਕੌਨਫੀਗਰੇਸ਼ਨ ਕੀ ਆ ਜੂਗੀ, ਕੇ ਸ਼ੈਲ 'ਚ 2, ਐਲ ਸ਼ੈਲ 'ਚ ਕਿੰਨੇ ਹੋਣਗੇ 5, ਕਿਉਂਕਿ ਕੇ ਸ਼ੈਲ 'ਚ ਆਪਾਂ ਮੈਕਸੀਮਮ 2 ਹੀ ਫਿਲ ਕਰ ਸਕਦੇ ਹਾਂ। ਫਿਰ ਐਲ ਸ਼ੈਲ 'ਚ ਮੈਕਸੀਮਮ 8। ਠੀਕ ਹੈ, ਅੱਗੇ ਵੀ KLMN ਸਾਰਿਆਂ ਵਿੱਚ ਆਪਾਂ 8 ਫਿਲ ਕਰ ਸਕਦੇ ਹਾਂ। ਹੁਣ ਦੇਖੋ ਵੈਲੈਂਸੀ ਕੀ ਹੁੰਦੀ ਹੈ, ਕੇ ਸ਼ੈਲ 'ਚ ਤਾਂ ਪੂਰੇ ਇਲੈਕਟ੍ਰੋਨਸ ਹੈ 2, ਐਲ ਸ਼ੈਲ ਵਿੱਚ ਹੈਗੇ 5 ਇਲੈਕਟ੍ਰੋਨਸ, ਬਟ ਮੇਨਲੀ ਐਲ ਸ਼ੈਲ ਵਿੱਚ ਕਿੰਨੇ ਹੋ ਸਕਦੇ ਆ ਵੱਧ ਤੋਂ ਵੱਧ 8 ਇਲੈਕਟ੍ਰੋਨਸ। ਠੀਕ ਹੈ, ਤਾਂ ਹੁਣ ਐਲ ਸ਼ੈਲ ਵਿੱਚ 8 ਇਲੈਕਟ੍ਰੋਨਸ ਪੂਰੇ ਕਰਨ ਲਈ ਨਾਈਟ੍ਰੋਜਨ ਕੀ ਕਰੇ, 3 ਇਲੈਕਟ੍ਰੋਨਸ ਕਿਸੇ ਤੋਂ ਲੈ ਲੇ ਕਿ 5 ਇਲੈਕਟ੍ਰੋਨਸ ਕਿਸੇ ਨੂੰ ਦੇ ਦੇ, ਜਾਂ ਤਾਂ ਕੀ ਕਰੇ 8 ਇਲੈਕਟ੍ਰੋਨਸ ਪੂਰੇ ਕਰ ਲੇ ਜਾਂ ਜਮਾਂ ਹੀ 0 ਹੋ ਜੇ 5 ਇਲੈਕਟ੍ਰੋਨ ਕਿਸੇ ਨੂੰ ਦੇ ਦੇ। ਹਮੇਸ਼ਾ ਘੱਟ ਚੀਜ਼ ਲੈਣ ਦੇਣੀ ਸੌਖੀ ਹੁੰਦੀ ਹੈ, ਤਾਂ 8 ਪੂਰੇ ਕਰਨ ਲਈ ਉਹ ਕੀ ਕਰੇ 3 ਕਿਸੇ ਤੋਂ ਲੈ ਲੇ। ਠੀਕ ਹੈ, ਜਦੋਂ ਜਿੰਨੇ ਵੀ ਮਤਲਬ ਨੰਬਰ ਆਫ ਐਟਮਸ ਜਾਂ ਇਲੈਕਟ੍ਰੋਨਸ ਕੋਈ ਐਲੀਮੈਂਟ ਲੈ ਰਿਹਾ ਜਾਂ ਦੇ ਰਿਹਾ, ਉਹ ਲੈਣ ਜਾਂ ਦੇਣ ਆਫ ਇਲੈਕਟ੍ਰੋਨਸ ਨੂੰ ਆਪਾਂ ਬੋਲਦੇ ਹਾਂ ਉਹਦੀ ਵੈਲੈਂਸੀ। ਠੀਕ ਹੈ, ਹੁਣ ਵੈਲੈਂਸੀ ਨਾਈਟ੍ਰੋਜਨ ਦੀ ਕਿੰਨੀ ਆ ਜਾਊਗੀ 3, ਕਿਉਂਕਿ 3 ਇਲੈਕਟ੍ਰੋਨਸ ਲੈ ਰਹੇ ਆ। ਹੁਣ ਪਲੱਸ ਕੇ ਮਾਈਨਸ, ਜੇ ਤਾਂ ਆਪਾਂ ਇਲੈਕਟ੍ਰੋਨ ਕਿਸ ਤੋਂ ਲੈ ਰਹੇ ਹਾਂ, ਕਿਸ ਤੋਂ ਛੀਨ ਰਹੇ ਹਾਂ, ਗਲਤ ਕੰਮ ਕਰ ਰਹੇ ਹਾਂ, ਮਤਲਬ ਆਪਾਂ ਤੋਂ ਛੀਨ ਰਹੇ ਹਾਂ ਕੁਛ, ਤਾਂ ਨੈਗੇਟਿਵ ਸਾਈਨ। ਜੇ ਆਪਾਂ ਕਿਸੇ ਨੂੰ ਦੇ ਰਹੇ ਹਾਂ ਇਲੈਕਟ੍ਰੋਨਸ, ਕੋਈ ਵਧੀਆ ਕੰਮ ਕਰ ਰਹੇ ਹਾਂ, ਦੇਤਾ ਉਹਨੂੰ, ਠੀਕ ਹੈ, ਤਾਂ ਫਿਰ ਆਊਗਾ ਆਪਣੇ ਕੋਲ ਪਲੱਸ। ਤਾਂ ਨਾਈਟ੍ਰੋਜਨ ਦੀ ਵੈਲੈਂਸੀ ਕਿੰਨੀ ਆ ਜਾਊਗੀ -3। ਤਾਂ ਵੈਲੈਂਸੀ ਇਹੀ ਹੁੰਦੀ ਹੈ ਕੰਬਾਈਨਿੰਗ ਕਪੈਸਿਟੀ ਆਫ ਐਨ ਐਲੀਮੈਂਟ, ਤਾਂ ਜੋ ਕਿ ਆਪਾਂ ਇੱਕ ਐਟਮ ਨੂੰ ਇਲੈਕਟ੍ਰੀਕਲੀ ਨਿਊਟਰਲ ਬਣਾਉਣਾ ਹੈ। ਇਲੈਕਟ੍ਰੀਕਲੀ ਨਿਊਟਰਲ ਮਤਲਬ ਕਿ ਲਾਸਟ ਸ਼ੈਲ ਵਿੱਚ ਉਹਦੇ ਆਪਾਂ ਕੰਪਲੀਟ ਕਰਨੇ ਆ ਇਲੈਕਟ੍ਰੋਨਸ। ਠੀਕ ਹੈ, ਜਦੋਂ ਕਹਿੰਦੇ ਇੱਕ ਐਟਮ ਇਲੈਕਟ੍ਰੋਨਸ ਕਿਸੇ ਨੂੰ ਦੇ ਦਿੰਦਾ, ਡੋਨੇਟ ਕਰ ਦਿੰਦਾ, ਇਲੈਕਟ੍ਰੋਨ ਦੇ ਦਿੰਦਾ,
ਤਾਂ ਉਹ ਐਟਮ ਉਹ ਵੈਲੈਂਸੀ ਨੂੰ ਆਪਾਂ ਬੋਲਦੇ ਹਾਂ ਇਲੈਕਟ੍ਰੋਪੋਜ਼ਿਟਿਵ ਵੈਲੈਂਸੀ। ਜਦੋਂ ਕੋਈ ਇਲੈਕਟ੍ਰੋਨ ਕਿਸੇ ਨੂੰ ਦੇ ਦਿੰਦਾ ਉਹਨੂੰ ਬੋਲਦੇ ਹਾਂ ਇਲੈਕਟ੍ਰੋਪੋਜ਼ਿਟਿਵ ਵੈਲੈਂਸੀ। ਅਗਰ ਕੋਈ ਐਟਮ ਕਿਸੇ ਤੋਂ ਇਲੈਕਟ੍ਰੋਨਸ ਅਸੈਪਟ ਕਰਦਾ ਤਾਂ ਉਹਨੂੰ ਬੋਲਦੇ ਹਾਂ ਆਪਾਂ ਇਲੈਕਟ੍ਰੋਨੈਗੇਟਿਵ ਵੈਲੈਂਸੀ। ਫੋਰ ਐਗਜ਼ਾਮਪਲ ਸੋਡੀਅਮ, ਸੋਡੀਅਮ ਦਾ ਐਟੋਮਿਕ ਨੰਬਰ ਹੁੰਦਾ 11, ਕੌਨਫੀਗਰੇਸ਼ਨ ਕੀ ਆ ਜੂਗੀ 281, ਕੇ ਸ਼ੈਲ 'ਚ 2, ਐਲ ਸ਼ੈਲ 'ਚ 8, ਐਮ ਸ਼ੈਲ 'ਚ 1। ਵੈਸੇ ਐਮ ਸ਼ੈਲ 'ਚ ਵੱਧ ਤੋਂ ਵੱਧ ਕਿੰਨੇ ਹੁੰਦੇ ਆ 8, ਹੈਗੇ ਉਹਦੇ ਕੋਲ ਕਿੰਨੇ ਆ ਸਿਰਫ 1 ਇਲੈਕਟ੍ਰੋਨ ਆ ਨਾ ਉਹਦੇ ਕੋਲ। ਹੁਣ ਇਹ 8 ਪੂਰੇ ਕਰਨ ਲਈ ਕੀ ਕਰੇ, 7 ਕਿਸੇ ਤੋਂ ਲੈ ਲੇ ਕਿ 1 ਕਿਸੇ ਨੂੰ ਦੇ ਦੇ, ਕੀ ਸੌਖਾ ਹੈ 1 ਕਿਸੇ ਨੂੰ ਦੇਣਾ ਸੌਖਾ ਨਾ, ਕਿਸੇ ਨੂੰ ਡੋਨੇਟ ਕਰਨਾ ਸੌਖਾ ਹੈ। ਤਾਂ ਸੋਡੀਅਮ ਉੱਪਰ ਕੀ ਹੈ, ਸੋਡੀਅਮ ਦੀ ਵੈਲੈਂਸੀ ਕਿੰਨੀ ਆ ਜੂਗੀ 1, ਕਿਸੇ ਨੂੰ ਦੇ ਰਿਹਾ ਵਧੀਆ ਕੰਮ ਕਰ ਰਿਹਾ ਤਾਂ ਪਲੱਸ। ਹੁਣ ਇਹ ਵੈਲੈਂਸੀ ਕੀ ਹੈ ਇਲੈਕਟ੍ਰੋਪੋਜ਼ਿਟਿਵ ਕਿ ਇਲੈਕਟ੍ਰੋਨੈਗੇਟਿਵ, ਇਹ ਹੈਗੀ ਇਲੈਕਟ੍ਰੋਪੋਜ਼ਿਟਿਵ, ਇੱਥੋਂ ਵੇਖ ਲਿਆ ਕਰੋ ਇਹ ਇਲੈਕਟ੍ਰੋਪੋਜ਼ਿਟਿਵ ਵੈਲੈਂਸੀ ਹੈ। ਜੇ ਕੋਈ ਇਲੈਕਟ੍ਰੋਨ ਕਿਸੇ ਨੂੰ ਦੇ ਰਿਹਾ, ਮੰਨ ਲਓ ਕਲੋਰੀਨ ਹੁੰਦਾ, ਕਲੋਰੀਨ ਕੀ ਹੁੰਦਾ ਇਲੈਕਟ੍ਰੋਨ ਕਿਸੇ ਨੂੰ ਦਿੰਦਾ ਹੁੰਦਾ, ਸੌਰੀ ਇਹਦੇ ਵਿੱਚ ਸੋਡੀਅਮ ਵੀ ਕੀ ਸੀਗਾ ਇਲੈਕਟ੍ਰੋਨ ਦੇ ਰਿਹਾ ਸੀ ਕਿਸੇ ਨੂੰ 11, 2, 8, 1, ਇਹ ਇਲੈਕਟ੍ਰੋਨ ਕਿਸੇ ਨੂੰ ਦੇ ਰਿਹਾ ਮਤਲਬ ਵਧੀਆ ਕੰਮ ਕਰ ਰਿਹਾ, ਡੋਨੇਟ ਕਰ ਰਿਹਾ, ਹਾਂ ਠੀਕ ਹੈ ਇਲੈਕਟ੍ਰੋਪੋਜ਼ਿਟਿਵ ਵੈਲੈਂਸੀ ਹੈ ਇਹਦੀ। ਜਦੋਂ ਕੋਈ ਐਲੀਮੈਂਟ ਕਿਸੇ ਤੋਂ ਵੈਲੈਂਸੀ ਲੈ ਰਿਹਾ ਹੁੰਦਾ, ਜਿਵੇਂ ਕਲੋਰੀਨ ਹੈ, ਕਲੋਰੀਨ ਦਾ ਐਟੋਮਿਕ ਨੰਬਰ 17 ਹੁੰਦਾ 287, ਇਹਦੇ ਲਾਸਟ ਸ਼ੈਲ ਵਿੱਚ 7 ਇਲੈਕਟ੍ਰੋਨਸ, ਵੈਸੇ ਐਮ ਸ਼ੈਲ 'ਚ ਵੱਧ ਤੋਂ ਵੱਧ 8 ਇਲੈਕਟ੍ਰੋਨਸ ਹੁੰਦੇ ਆ ਨਾ, ਤਾਂ 7 ਇਲੈਕਟ੍ਰੋਨ ਦੇਣੇ ਸੌਖੇ ਹੈ ਕਿ 1 ਇਲੈਕਟ੍ਰੋਨ ਕਿਸ ਤੋਂ ਲੈਣਾ ਸੌਖਾ ਹੈ, ਤਾਂ ਓਬਵੀਅਸਲੀ 1 ਇਲੈਕਟ੍ਰੋਨ ਕਿਸ ਤੋਂ ਲੈਣਾ ਸੌਖਾ ਹੈ ਨਾ। ਜੇ ਕਿਸੇ ਤੋਂ ਲੈ ਰਿਹਾ ਮਤਲਬ ਛੀਨ ਰਿਹਾ, ਨੈਗੇਟਿਵ 1, ਤਾਂ ਕਲੋਰੀਨ ਦੀ ਵੈਲੈਂਸੀ ਕਿੰਨੀ ਆ ਗਈ -1। ਤਾਂ ਜਿਹੜਾ ਵੀ ਇਲੈਕਟ੍ਰੋਨ ਕਿਸੇ ਤੋਂ ਗੇਨ ਕਰਦਾ ਉਹ ਹੁੰਦੇ ਆ ਇਲੈਕਟ੍ਰੋਨੈਗੇਟਿਵ ਵੈਲੈਂਸੀ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਕੈਮੀਕਲ ਫਾਰਮੂਲਾ ਆਫ ਕੰਪਾਊਂਡ, ਜਿਹੜੀ ਆਪਾਂ ਇੱਕ ਸਿੰਬੋਲਿਕ ਰਿਪਰੈਜ਼ੈਂਟ ਕਰ ਦਿੰਦੇ ਹਾਂ ਮੋਲੀਕਿਊਲਸ ਦੀ, ਜਿਵੇਂ ਹਾਈਡਰੋਜਨ ਕਲੋਰੀਨ, ਹਾਈਡਰੋਜਨ ਕਲੋਰਾਈਡ, ਇਹਨੇ 'ਚ ਆਪਾਂ ਹਾਈਡਰੋਜਨ ਕਲੋਰਾਈਡ ਪੂਰਾ ਲਿਖਣ ਦੇ ਬਜਾਏ ਉਹਨੂੰ HCl ਲਿਖਤਾ, ਤਾਂ ਇੱਕ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਕਰਤੀ ਮੈਂ ਮੋਲੀਕਿਊਲ ਦੀ, ਉਹਨੂੰ ਆਪਾਂ ਬੋਲਦੇ ਹਾਂ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਨੂੰ ਕੈਮੀਕਲ ਫਾਰਮੂਲਾ ਜਾਂ ਮੋਲੀਕਿਊਲਰ ਫਾਰਮੂਲਾ, ਠੀਕ ਹੈ। ਕਹਿੰਦੇ ਜਿਹੜੇ ਮੋਲੀਕਿਊਲ ਹੁੰਦੇ ਆ ਕਿਸੇ ਵੀ ਕੰਪਾਊਂਡ ਦੇ, ਉਹਦੇ ਵਿੱਚ ਕੁਛ ਨਾ ਕੁਛ ਨੰਬਰ ਆਫ ਐਟਮਸ ਲੱਗੇ ਹੁੰਦੇ ਆ, ਅਤੇ ਜਿਹੜੇ ਸਾਰੇ ਹੁੰਦੇ ਆ ਡਿਫਰੈਂਟ ਐਲੀਮੈਂਟਸ ਦੇ ਉਹ ਫਿਕਸਡ ਪ੍ਰਪੋਰਸ਼ਨ 'ਚ ਲੱਗੇ ਹੁੰਦੇ। ਜਿਵੇਂ ਮੰਨ ਲਓ ਆਪਾਂ AlCl3 ਬਣਾਉਣਾ ਹੈ, ਐਲੂਮੀਨੀਅਮ ਕਲੋਰਾਈਡ ਬਣਾਉਣਾ ਹੈ, ਤਾਂ ਓਬਵੀਅਸ ਐਂਡ 'ਚ ਐਲੂਮੀਨੀਅਮ ਦਾ 1 ਨੰਬਰ ਆਫ ਐਟਮਸ ਹੁੰਦੇ, ਕਲੋਰੀਨ ਦੇ 3 ਹੁੰਦੇ ਆ। ਤਾਂ ਮੋਲੀਕਿਊਲ ਕੰਪਾਊਂਡ ਬਣਾਉਣ ਲੱਗੇ ਆਪਾਂ ਨੂੰ ਹਰੇਕ ਨੂੰ ਕੀ ਹੈ ਵੀ ਸੇਮ ਨੰਬਰ ਆਫ ਐਟਮਸ ਲੈਣੇ ਪੈਂਦੇ ਆ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਸਿਗਨੀਫਿਕੈਂਸ ਆਫ ਫਾਰਮੂਲਾ। ਹੁਣ ਇਹ ਫਾਰਮੂਲਾ ਬਣਾਉਣ ਦੀ ਕੀ ਲੋੜ ਪਈ ਸੀਗੀ, ਇਹ ਕੀ ਕਰਦਾ ਕੰਪਾਊਂਡ ਨੂੰ ਇੱਕ ਨੇਮ ਦੇ ਦਿੰਦਾ, ਵੀ ਆਪਾਂ ਨੂੰ HCl ਜੇ ਲਿਖਿਆ ਆ ਗਿਆ ਆਪਾਂ ਨੂੰ ਦੂਰ ਹੀ ਕਲੀਅਰ ਹੋ ਜਾਂਦਾ ਕਿ ਹਾਈਡਰੋਜਨ ਕਲੋਰਾਈਡ ਹੈ, ਠੀਕ ਹੈ। ਇਹ ਮੋਲੀਕਿਊਲ ਦੱਸ ਦਿੰਦਾ ਵੀ ਕੰਪਾਊਂਡ ਵਿੱਚ ਕਿਹੜਾ ਮੋਲੀਕਿਊਲ ਹੈ, ਵੀ ਕਿੰਨੇ ਮੋਲੀਕਿਊਲ ਹੈ। ਜੇ ਆਪਾਂ ਇਹਦੇ ਅੱਗੇ 1 ਪਾ ਦਾਂਗੇ ਤਾਂ 1 ਮੋਲੀਕਿਊਲ ਆਫ HCl, ਜੇ 2 ਪਾ ਦਾਂਗੇ ਬੈਲੈਂਸ ਕਰਨ ਵਕਤ ਤਾਂ 2 ਮੋਲੀਕਿਊਲਸ ਆਫ HCl, ਤਾਂ ਨੰਬਰ ਆਫ ਮੋਲੀਕਿਊਲਸ ਦੱਸ ਦਿੰਦਾ ਕੰਪਾਊਂਡ ਵਿੱਚ ਕਿੰਨੇ ਹੈ, ਠੀਕ ਹੈ। ਇਹ ਨੇਮ ਆਫ ਐਟਮਸ ਵੀ ਦੱਸ ਦਿੰਦਾ, ਜਿਵੇਂ HCl ਦੀ ਅਗਰ ਮੈਂ ਸੇਮ ਗੱਲ ਕੀਤੀ ਤਾਂ HCl ਵਿੱਚ ਮੈਨੂੰ ਦਿਖ ਰਿਹਾ ਕਿ ਇਹਦੇ 'ਚ ਹਾਈਡਰੋਜਨ ਐਟਮ ਹੈ ਅਤੇ ਕਲੋਰੀਨ ਐਟਮ ਹੈ, ਇਹ ਕਿਹੜੇ ਐਟਮਸ ਪ੍ਰੈਜ਼ੈਂਟ ਹੈ ਅਤੇ ਕਿੰਨੇ ਨੰਬਰ 'ਚ ਪ੍ਰੈਜ਼ੈਂਟ ਹੈ ਆਪਾਂ ਨੂੰ ਉਹ ਵੀ ਦੱਸ ਦਿੰਦਾ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਮਿਕਸਚਰਸ। ਮਿਕਸਚਰ ਹੁੰਦੇ ਕਿ ਜਿਹੜੇ ਵੀ ਮਟੀਰੀਅਲਸ ਆਪਾਂ ਨੂੰ ਆਸੇ ਪਾਸੇ ਦਿਖ ਰਹੇ ਆ ਨਾ, ਮੋਸਟ ਆਫ ਦਾ ਮਟੀਰੀਅਲ ਜਿਹੜੇ ਹੁੰਦੇ ਆ ਉਹ ਮਿਕਸਚਰ ਹੁੰਦੇ ਆ। ਮਿਕਸਚਰ ਮਤਲਬ ਕਿ ਜਦੋਂ 2 ਜਾਂ 2 ਤੋਂ ਵੱਧ ਸਬਸਟਾਂਸਿਸ ਮਿਕਸ ਟੂਗੈਦਰ ਹੋ ਜਾਂਦੇ ਆ ਇਨ ਐਨੀ ਪ੍ਰਪੋਰਸ਼ਨ, ਠੀਕ ਹੈ। ਜਦੋਂ ਕੋਈ ਵੀ ਆਪਾਂ 2 ਮੰਨ ਲਓ ਪਾਣੀ ਵਿੱਚ ਮੈਂ ਖੰਡ ਵੀ ਮਿਲਾਤੀ, ਨਮਕ ਵੀ ਮਿਲਾਤਾ, ਤਾਂ ਉਹ ਜਿਹੜੀ ਇੱਕ ਚੀਜ਼ ਬਣੀ ਉਹਨੂੰ ਆਪਾਂ ਇੱਕ ਮਿਕਸਚਰ ਕਹਾਂਗੇ। ਹੁਣ ਕਿੰਨੀ ਪ੍ਰਪੋਰਸ਼ਨ 'ਚ ਵੀ ਮਿਲਾਵਾਂ, ਮੰਨ ਲਓ ਮੈਂ ਖੰਡ ਜਿਹੜੀ 1 ਚਮਚ ਮਿਲਾਈ, ਨਮਕ 2 ਚਮਚ ਮਿਲਾਤੇ, ਤਾਂ ਕੋਈ ਵੀ ਪ੍ਰਪੋਰਸ਼ਨ 'ਚ ਮਿਲਾ ਸਕਦੀ ਹਾਂ, ਠੀਕ ਹੈ। ਬਟ ਇਹ ਕੀ ਹੈ ਕੋਈ ਕੈਮੀਕਲ ਚੇਂਜ ਨਹੀਂ ਆਊਗਾ ਇਹਦੇ ਵਿੱਚ, ਇਹ ਆਪਦੀਆਂ ਪ੍ਰੋਪਰਟੀਜ਼ ਅੰਦਰ ਜਾ ਕੇ ਰੱਖਣਗੇ। ਜੇ ਮੈਂ ਪਾਣੀ ਦੇ ਵਿੱਚ ਸ਼ੂਗਰ ਪਾਊਂਗੀ ਤਾਂ ਮੈਨੂੰ ਮਿੱਠੇ ਦੀਆਂ ਪ੍ਰੋਪਰਟੀਜ਼ ਆਉਣਗੀਆਂ ਜਦੋਂ ਮਿਕਸ ਵੀ ਹੋ ਜਾਣਗੇ, ਠੀਕ ਹੈ। ਆਪਦੀ ਪ੍ਰੋਪਰਟੀਜ਼ ਨੂੰ ਰਿਟੇਨ ਕਰਕੇ ਰੱਖਦੇ ਆ, ਅਤੇ ਜਿਹੜਾ ਐਂਡ ਰਿਜ਼ਲਟ ਆਪਾਂ ਨੂੰ ਮਿਲਦਾ ਇਹਨੂੰ ਬੋਲਦੇ ਹਾਂ ਆਪਾਂ ਮਿਕਸਚਰ, ਠੀਕ ਹੈ। ਅਤੇ ਜਿਹੜੇ ਵੀ ਸਬਸਟਾਂਸ ਇਨਗਰੀਡੀਅੰਟਸ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਮਿਕਸਚਰ ਦੇ ਵਿੱਚ, ਉਹਨੂੰ ਬੋਲਦੇ ਹਾਂ ਆਪਾਂ ਕੰਪੋਨੈਂਟਸ ਜਾਂ ਕੌਨਸਟੀਟੂਐਂਟਸ ਆਫ ਮਿਕਸਚਰ, ਠੀਕ ਹੈ। ਅਤੇ ਕੰਪੋਨੈਂਟਸ ਜਿਹੜੇ ਹੈਗੇ ਆਪਾਂ ਕਿਸੇ ਵੀ ਪ੍ਰਪੋਰਸ਼ਨ ਵਿੱਚ ਮਿਕਸ ਕਰ ਸਕਦੇ ਹਾਂ। ਪਲੱਸ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਕੀ ਮੰਨ ਲਓ ਮੈਂ ਪਾਣੀ ਵਿੱਚ ਸ਼ੂਗਰ ਮਿਲਾਤੀ, ਠੀਕ ਹੈ। ਅਗਰ ਇਹਨੂੰ ਮੈਂ ਸੈਪਰੇਟ ਕਰਨਾ ਨਾ, ਵਾਟਰ 'ਚ ਸ਼ੂਗਰ ਮੈਂ ਅਲੱਗ ਕਰਨਾ, ਇਹਨਾਂ ਨੂੰ ਮੈਂ ਸਿੰਪਲ ਫਿਜ਼ੀਕਲ ਪ੍ਰੋਸੈਸਿਸ ਨਾਲ ਕੰਪੋਨੈਂਟ ਨੂੰ ਸੈਪਰੇਟ ਕਰ ਵੀ ਸਕਦੀ ਹਾਂ, ਠੀਕ ਹੈ। ਤਾਂ ਆਪਾਂ ਇਹਦੇ ਵਿੱਚ ਅੱਗੇ ਵੀ ਪੜ੍ਹਾਂਗੇ ਵੀ ਕਿਹੜੇ ਮੈਥਡ ਨਾਲ ਆਪਾਂ ਸੈਪਰੇਸ਼ਨ ਕਰ ਸਕਦੇ ਹਾਂ। ਐਗਜ਼ਾਮਪਲ ਜਿਵੇਂ ਅਗਰ ਮੈਂ ਸਾਲਟ ਸੋਲਿਊਸ਼ਨ ਬਣਾਇਆ ਤਾਂ ਸਾਲਟ ਸੋਲਿਊਸ਼ਨ ਕਿਹਦਾ ਮਿਕਸਚਰ ਹੈ, ਵਾਟਰ ਦੇ ਵਿੱਚ ਕਾਮਨ ਸਾਲਟ ਦਾ,
ਠੀਕ ਹੈ। ਇਹ ਅਮਾਊਂਟ ਆਫ ਸੋਲਟ ਮੈਂ ਇਨਕਰੀਜ਼ ਜਾਂ ਡਿਕਰੀਜ਼ ਕਰ ਸਕਦੀ ਹਾਂ, ਜਾਂ ਤਾਂ ਮੈਂ 3 ਚਮਚ ਪਾਤੇ 4 ਚਮਚ ਪਾਤੇ, ਇਟ ਡਿਪੈਂਡਸ ਅਪੋਨ ਮੀ। ਠੀਕ ਹੈ। ਵਾਟਰ ਦੀ ਅਮਾਊਂਟ ਵੀ ਮੈਂ ਕੀ ਹੈ ਇਨਕਰੀਜ਼ ਜਾਂ ਡਿਕਰੀਜ਼ ਕਰ ਸਕਦੀ ਹਾਂ। ਜਿਵੇਂ ਬਰਾਸ ਹੈ, ਬਰਾਸ ਆਪਣੇ ਕੋਲ ਇੱਕ ਨਾਮ ਹੈ, ਮਿਕਸਚਰ ਦਾ ਨਾਮ ਹੈ, ਜਿਹਦੇ ਵਿੱਚ ਕਾਪਰ ਅਤੇ ਜ਼ਿੰਕ ਨੂੰ ਮਿਕਸ ਕੀਤਾ ਹੁੰਦਾ, ਮਿਕਸ ਕਰਕੇ ਬਰਾਸ ਬਣ ਜਾਂਦਾ। ਗਲੂਕੋਜ਼ ਸੋਲਿਊਸ਼ਨ ਦੇ ਵਿੱਚ ਗਲੂਕੋਜ਼ ਅਤੇ ਵਾਟਰ ਦਾ ਮਿਕਸਚਰ ਹੁੰਦਾ। ਏਅਰ ਵੀ ਇੱਕ ਮਿਕਸਚਰ ਹੈ ਕਾਫੀ ਸਾਰੇ ਗੈਸਿਸ ਦੀ, ਜਿਵੇਂ ਨਾਈਟ੍ਰੋਜਨ, ਆਕਸੀਜਨ, ਕਾਰਬਨ ਡਾਈਆਕਸਾਈਡ, ਵਾਟਰ ਵੇਪਰ ਜਾਂ ਇਨਰਟ ਗੈਸਿਸ। ਏਅਰ ਇਹਨਾਂ ਸਾਰਿਆਂ ਦੀ ਮਿਕਸਚਰ ਹੈ। ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਟਾਈਪਸ ਆਫ ਮਿਕਸਚਰ। ਮਿਕਸਚਰ ਹੈ ਜਿਹੜੇ 2 ਟਾਈਪਸ ਵਿੱਚ ਹੁੰਦੇ ਆ, ਡਿਪੈਂਡ ਕਰਦਾ ਉਹਨਾਂ ਦੀ ਕੰਪੋਜੀਸ਼ਨ 'ਤੇ। ਫਸਟ ਹੁੰਦੇ ਆ ਹੋਮੋਜੀਨੀਅਸ ਮਿਕਸਚਰ, ਸੈਕਿੰਡ ਹੁੰਦੇ ਆ ਹੈਟਰੋਜੀਨੀਅਸ ਮਿਕਸਚਰ। ਹੋਮੋਜੀਨੀਅਸ ਮਿਕਸਚਰ ਉਹ ਵਾਲੇ ਮਿਕਸਚਰ ਹੁੰਦੇ ਆ ਜਿਹਦੇ ਵਿੱਚ ਅਗਰ ਮੈਂ 2 ਸਬਸਟਾਂਸਿਸ ਨੂੰ ਮਿਕਸ ਕਰ ਰਹੀ ਹਾਂ, ਮੰਨ ਲਓ ਵਾਟਰ ਦੇ ਵਿੱਚ ਮੈਂ ਸ਼ੂਗਰ ਪਾ ਰਹੀ ਹਾਂ, ਤਾਂ ਉਹ ਦੋਨੋਂ ਕੀ ਹੈ ਯੂਨੀਫਾਰਮਲੀ ਪ੍ਰੋਪਰਲੀ ਮਿਕਸ ਹੋ ਜਾਣਗੇ ਅਤੇ ਮੈਨੂੰ ਕੁਛ ਨਹੀਂ ਪਤਾ ਲੱਗੂਗਾ ਵੀ ਮੇਰਾ ਸ਼ੂਗਰ ਪਾਰਟੀਕਲ ਕਿੱਧਰ ਗਿਆ ਅਤੇ ਵਾਟਰ ਕਿਹੜਾ ਇਹਦੇ ਵਿੱਚੋਂ, ਪ੍ਰੋਪਰਲੀ ਮਤਲਬ ਮਿਕਸ ਹੋਣਗੇ। ਠੀਕ ਹੈ। ਜੇ ਤਾਂ ਥੋਰਲੀ ਪ੍ਰੋਪਰਲੀ ਮਿਕਸ ਹੋ ਗਏ ਤਾਂ ਹੋਮੋਜੀਨੀਅਸ ਮਿਕਸਚਰ, ਜੇ ਥੋਰਲੀ ਮਿਕਸ ਨਾ ਹੋਏ ਤਾਂ ਹੈਟਰੋਜੀਨੀਅਸ। ਐਗਜ਼ਾਮਪਲਸ ਆਫ ਹੋਮੋਜੀਨੀਅਸ ਮਤਲਬ ਜਿਵੇਂ ਸ਼ੂਗਰ ਸੋਲਿਊਸ਼ਨ, ਪੈਟਰੋਲ, ਬਰਾਸ, ਇਹ ਸਾਰੇ ਜਿਹੜੇ ਹੁੰਦੇ ਆਪਣੇ ਕੋਲ ਹੋਮੋਜੀਨੀਅਸ ਮਿਕਸਚਰਸ। ਹੈਟਰੋਜੀਨੀਅਸ ਮਿਕਸਚਰ ਕਿਹੜੇ ਹੋਣਗੇ? ਉੱਦਾਂ ਦੇ ਮਿਕਸਚਰ ਜਿਨ੍ਹਾਂ ਵਿੱਚ ਪ੍ਰੋਪਰਲੀ ਮਿਕਸ ਕੰਪੋਨੈਂਟਸ ਨਹੀਂ ਹੋਣਗੇ ਅਤੇ ਉਹ ਆਪਾਂ ਨੂੰ ਫਿਜ਼ੀਕਲੀ ਦਿਖਣਗੇ। ਜਿਵੇਂ ਮੰਨ ਲਓ ਪਾਣੀ ਵਿੱਚ ਮੈਂ ਸੈਂਡ ਪਾਤੀ, ਮਿੱਟੀ ਪਾਤੀ, ਤਾਂ ਮਿੱਟੀ ਮੈਨੂੰ ਦਿਖੂਗੀ ਨਾ, ਮਿੱਟੀ ਆ ਰਹੀ, ਪਾਣੀ ਆ ਰਿਹਾ, ਤਾਂ ਇੱਕ ਡਿਸਟਿੰਕਟ ਬਾਊਂਡਰੀ ਬਣ ਜੂਗੀ ਕਿ ਹਾਂ ਵੀ ਆਪਣੇ ਪ੍ਰੋਪਰਲੀ ਮਿਕਸ ਨਹੀਂ ਹੋਏਗੇ। ਠੀਕ ਹੈ। ਜਿਵੇਂ ਮਿਕਸਚਰ ਆਫ ਸੈਂਡ ਐਂਡ ਸਾਲਟ, ਜਿਵੇਂ ਇੱਕ ਸੈਂਡ ਲਿਆ, ਇੱਥੇ ਮਿੱਟੀ ਲਈ, ਵਿੱਚ ਨਮਕ ਪਾਤਾ, ਉਹ ਪ੍ਰੋਪਰਲੀ ਮਿਕਸ ਨਹੀਂ ਹੋਣਗੇ ਤਾਂ ਉਹਨਾਂ ਨੇ ਕੀ ਬਣਾ ਲਿਆ, ਇੱਕ ਹੈਟਰੋਜੀਨੀਅਸ ਮਿਕਸਚਰ। ਠੀਕ ਹੈ। ਨੈਕਸਟ ਟੋਪਿਕ ਹੈ ਆਪਣੇ ਕੋਲ ਸਮ ਐਗਜ਼ਾਮਪਲਸ ਆਫ ਮਿਕਸਚਰ। ਇਹਦੇ ਵਿੱਚ ਆਪਾਂ ਕੀ ਹੈ ਕੁਛ ਕੁ ਐਗਜ਼ਾਮਪਲਸ ਪੜ੍ਹਾਂਗੇ ਮਿਕਸਚਰ ਦੀਆਂ। ਮਿਕਸਚਰ ਮਤਲਬ ਕਿ ਜਦੋਂ 2 ਜਾਂ 2 ਤੋਂ ਵੱਧ ਜਦੋਂ ਆਪਾਂ ਲੈਂਦੇ ਹਾਂ ਸਬਸਟਾਂਸਿਸ ਨੂੰ ਮਿਕਸ ਕਰਦੇ ਹਾਂ ਤਾਂ ਉਹ ਮਿਕਸਚਰ ਬਣਾ ਲੈਂਦੇ ਆ। ਠੀਕ ਹੈ। ਇਹਦੇ ਵਿੱਚ ਫਸਟ ਐਗਜ਼ਾਮਪਲ ਹੈ ਸੋਲਿਡ ਮਿਕਸਚਰ, ਕਿ ਆਪਾਂ 2 ਸੋਲਿਡ ਲਵਾਂਗੇ, ਸੋਲਿਡ ਨੂੰ ਕੰਬਾਈਨ ਕਰਾਂਗੇ। ਠੀਕ ਹੈ। ਇਹਦੇ ਵਿੱਚ ਕੀ ਹੈ, ਇਟ ਇਜ਼ ਅ ਮਿਕਸਚਰ ਕੰਟੇਨਿੰਗ 2 ਸੋਲਿਡਸ। ਜਿਵੇਂ ਮੰਨ ਲਓ ਬਰਾਸ ਹੈ, ਬਰਾਸ ਕੀ ਜਦੋਂ ਮਿਕਸ ਕਰਦੇ ਆ ਕਾਪਰ ਅਤੇ ਜ਼ਿੰਕ ਨੂੰ, ਕਾਪਰ ਅਤੇ ਜ਼ਿੰਕ ਪ੍ਰੋਪਰਲੀ ਇੱਕ ਦੂਜੇ ਨਾਲ ਮਿਕਸ ਹੋ ਜਾਂਦੇ ਆ, ਮਿਕਸ ਹੋਣ ਤੋਂ ਬਾਅਦ ਇੱਕ ਨਿਊ ਐਲੀਮੈਂਟ ਬਣਾਉਂਦੇ ਆ, ਨਿਊ ਕੰਪਾਊਂਡ ਮਿਕਸਚਰ ਬਣਾਉਂਦੇ ਆ, ਦੈਟ ਇਜ਼ ਅ ਬਰਾਸ। ਠੀਕ ਹੈ। ਇਹ ਕੀ ਹੈ ਹੋਮੋਜੀਨੀਅਸ ਮਿਕਸਚਰ ਹੈ ਜਿਹਦੇ ਵਿੱਚ ਆਪਾਂ ਦੋਨੋਂ ਚੀਜ਼ਾਂ ਕੀ ਹੈ ਸੋਲਿਡ ਲੈਂਦੇ ਹਾਂ। ਨੈਕਸਟ ਹੈ ਆਪਣੇ ਕੋਲ ਹੋਰ ਐਗਜ਼ਾਮਪਲ, ਜਿਵੇਂ ਬ੍ਰੌਂਜ਼ ਕਾਪਰ ਅਤੇ ਟਿਨ ਨਾਲ ਜੁੜ ਕੇ ਬਣਦਾ ਹੈ, ਸਟੀਲ ਆਇਰਨ ਅਤੇ ਕਾਰਬਨ ਨਾਲ, ਸੋਲਡਰ ਟਿਨ ਅਤੇ ਲੈਡ ਨਾਲ, ਗਨ ਪਾਊਡਰ ਚਾਰਕੋਲ ਅਤੇ ਸਲਫਰ। ਇਹ ਸਾਰੀ ਐਗਜ਼ਾਮਪਲਸ ਉਹ ਵਾਲੀਆਂ ਜਿਹਦੇ ਵਿੱਚ 2 ਆਪਾਂ ਸੋਲਿਡਸ ਲੈਣੇ ਆ, ਉਹਨਾਂ ਨੂੰ ਮਿਕਸ ਕਰਨਾ, ਮਿਕਸ ਕਰਨ 'ਤੇ ਇੱਕ ਨਿਊ ਆਪਣੇ ਕੋਲ ਮਿਕਸਚਰ ਬਣ ਜੂਗਾ। ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਸੋਲਿਡ ਲਿਕੁਇਡ ਮਿਕਸਚਰ। ਸੋਲਿਡ ਲਿਕੁਇਡ ਮਿਕਸਚਰ ਵਿੱਚ ਇੱਕ ਕੰਪੋਨੈਂਟ ਆਪਾਂ ਸੋਲਿਡ ਲਵਾਂਗੇ, ਉਹਨੂੰ ਆਪਾਂ ਲਿਕੁਇਡ ਦੇ ਵਿੱਚ ਮਿਕਸ ਕਰ ਦਾਂਗੇ। ਠੀਕ ਹੈ। ਤਾਂ ਉਸ ਜਿਹੜਾ ਨਿਊ ਕੰਪੋਨੈਂਟ ਬਣਦਾ ਉਹਨੂੰ ਬੋਲਦੇ ਆ ਸੋਲਿਡ ਲਿਕੁਇਡ ਮਿਕਸਚਰ। ਫਾਰ ਐਗਜ਼ਾਮਪਲ ਸੈਂਡ ਐਂਡ ਵਾਟਰ, ਵੀ ਇੱਕ ਕੀ ਹੈ ਮੈਂ ਸੈਂਡ ਪਾਰਟੀਕਲਸ ਲਏ ਜੋ ਕਿ ਸੋਲਿਡ ਸੀ, ਇੱਕ ਮੈਂ ਲਿਕੁਇਡ ਲਏ, ਉਹਨਾਂ ਨੂੰ ਮਿਕਸ ਕਰਤਾ ਤਾਂ ਉਹ ਹੈਟਰੋਜੀਨੀਅਸ ਮਿਕਸਚਰ ਬਣ ਜੂਗਾ। ਕਲੇ ਅਤੇ ਵਾਟਰ ਨੂੰ ਮਿਕਸ ਕਰ ਦਿਓ, ਉਹ ਵੀ ਹੈਟਰੋਜੀਨੀਅਸ ਮਿਕਸਚਰ ਬਣਾ ਲਏਗਾ। ਨੈਕਸਟ ਆ ਗਿਆ ਆਪਣੇ ਕੋਲ ਕਰੈਕਟਰਿਸਟਿਕਸ ਆਫ ਮਿਕਸਚਰ। ਜਿਹੜੇ ਹੁਣ ਇਹ ਮਿਕਸਚਰ ਆਪਾਂ ਬਣਾ ਰਹੇ ਹਾਂ ਇਹਨਾਂ ਦੇ ਕੀ ਕੀ ਕਰੈਕਟਰਿਸਟਿਕਸ ਹੈ। ਜਿਹੜਾ ਮਿਕਸਚਰ ਹੈ ਉਹਦੇ ਵਿੱਚ ਕੀ ਹੈ 2 ਜਾਂ 2 ਤੋਂ ਵੱਧ ਸਬਸਟਾਂਸਿਸ ਨੂੰ ਆਪਾਂ ਕਿਸੇ ਵੀ ਰੇਸ਼ੋ 'ਚ ਮਿਕਸ ਕਰ ਸਕਦੇ ਹਾਂ, ਕਿ ਜ਼ਰੂਰੀ ਨਹੀਂ ਜੇ ਮੈਂ ਪਾਣੀ ਲਿਆ ਅਤੇ ਪਾਣੀ ਵਿੱਚ ਮੈਂ ਫਿਕਸ ਅਮਾਊਂਟ ਆਫ ਸੈਂਡ ਹੀ ਪਾਉਣੀ ਹੈ ਤਾਂ ਹੀ ਮਿਕਸਚਰ ਬਣੂਗਾ, ਨਹੀਂ, ਕਿੰਨੀ ਮਰਜ਼ੀ ਅਮਾਊਂਟ ਆਫ ਸੈਂਡ ਬਣਾ ਲਓ ਅਤੇ ਉਹਦੇ ਵਿੱਚ ਕੋਈ ਵੀ ਕੈਮੀਕਲ ਰਿਐਕਸ਼ਨ ਨਹੀਂ ਹੋਊਗੀ। ਠੀਕ ਹੈ। ਫਿਜ਼ੀਕਲ ਰਿਐਕਸ਼ਨ ਹੀ ਹੋਊਗੀ ਇਹਦੇ ਵਿੱਚ। ਮਿਕਸਚਰ ਹੈ ਜਿਹੜਾ ਹੋਮੋਜੀਨੀਅਸ ਵੀ ਹੋ ਸਕਦਾ, ਹੈਟਰੋਜੀਨੀਅਸ ਵੀ ਹੋ ਸਕਦਾ, ਜਾਂ ਤਾਂ ਦੋਨੋਂ ਸਬਸਟਾਂਸਿਸ ਪ੍ਰੋਪਰਲੀ ਮਿਕਸ ਹੋ ਸਕਦੇ ਆ ਜਾਂ ਦੋਨੋਂ ਸਬਸਟਾਂਸਿਸ ਪ੍ਰੋਪਰਲੀ ਮਿਕਸ ਨਹੀਂ ਹੋ ਸਕਦੇ। ਮਿਕਸਚਰ ਹੈ ਜਿਹੜਾ ਉਹਦੀ ਪ੍ਰੋਪਰਟੀਜ਼ ਰਿਟੇਨ ਕਰਦਾ ਕੌਂਸਟੀਟੂਐਂਟਸ ਦੀਆਂ। ਪਹਿਲਾਂ ਦੱਸ ਚੁੱਕੇ ਹਾਂ ਕਿ ਜੇ ਮੰਨ ਲਓ ਮੈਂ ਸ਼ੂਗਰ ਸੋਲਿਊਸ਼ਨ ਬਣਾਉਂਗੀ ਤਾਂ ਇਸ ਸ਼ੂਗਰ ਸੋਲਿਊਸ਼ਨ ਦੇ ਵਿੱਚ ਜਿਹੜਾ ਮਿੱਠਾ ਹੈ, ਜਿਵੇਂ ਸ਼ੂਗਰ ਮਿੱਠੀ ਹੁੰਦੀ ਹੈ ਨਾ, ਤਾਂ ਸੋਲਿਊਸ਼ਨ ਦੇ ਵਿੱਚ ਵੀ ਮੈਨੂੰ ਉਹ ਮਿੱਠਾ ਮਤਲਬ ਟੇਸਟ ਆਊਗਾ, ਮਤਲਬ ਜਿਹੜਾ ਸ਼ੂਗਰ ਉਹਨੇ ਆਪਦਾ ਜਿਹੜਾ ਹੈਗਾ ਪ੍ਰੋਪਰਟੀਜ਼ ਨੂੰ ਰਿਟੇਨ ਕਰਕੇ ਰੱਖਿਆ। ਦ ਕੰਪੋਨੈਂਟਸ ਆਫ ਮਿਕਸਚਰ ਕੈਨ ਬੀ ਸੈਪਰੇਟਡ। ਜਿਹੜੇ ਕੰਪੋਨੈਂਟਸ ਹੈ ਮਿਕਸਚਰ ਦੇ, ਫੋਰ ਐਗਜ਼ਾਮਪਲ ਆਪਾਂ ਕੀ ਕੀਤਾ, ਸਾਲਟ ਅਤੇ ਵਾਟਰ ਨੂੰ ਮਿਕਸ ਕਰਤਾ। ਠੀਕ ਹੈ। ਹੁਣ ਇਹ ਸਾਲਟ ਅਤੇ ਵਾਟਰ ਦੇ ਕੰਪੋਨੈਂਟਸ ਮੈਂ ਬਾਅਦ ਵਿੱਚ ਅਲੱਗ-ਅਲੱਗ ਵੀ ਕਰ ਸਕਦੀ ਹਾਂ ਬਾਈ ਯੂਜ਼ਿੰਗ ਸੂਟੇਬਲ ਮੈਥਡਸ। ਠੀਕ ਹੈ। ਫਾਰਮੇਸ਼ਨ ਆਫ ਮਿਕਸਚਰ ਇਜ਼ ਨਾਟ ਅ ਕੰਪੋਨੈਂਟ ਬਾਈ ਐਨਰਜੀ ਚੇਂਜ। ਜਦੋਂ ਆਪਾਂ ਕੋਈ ਵੀ ਮਿਕਸਚਰ ਬਣਾਉਂਦੇ ਹਾਂ ਉਹਦੇ ਵਿੱਚ ਕੋਈ ਜ਼ਿਆਦਾ ਐਨਰਜੀ ਚੇਂਜ ਨਹੀਂ ਹੁੰਦਾ। ਠੀਕ ਹੈ। ਨੈਕਸਟ ਆ ਗਿਆ ਮੈਥਡਸ ਆਫ ਸੈਪਰੇਸ਼ਨ। ਜਿਵੇਂ ਮੈਂ ਕਿਹਾ ਤੁਹਾਨੂੰ ਕਿ ਜਿਹੜਾ ਆਪਾਂ ਮਿਕਸਚਰ ਬਣਦਾ ਉਹਨੂੰ ਸੈਪਰੇਟ ਵੀ ਕਰ ਸਕਦੇ ਹਾਂ ਬਾਈ ਫਿਜ਼ੀਕਲ ਮੈਥਡਸ। ਤਾਂ ਹੁਣ ਕਿਹੜੇ ਮੈਥਡਸ ਆਪਾਂ ਯੂਜ਼ ਕਰਾਂਗੇ ਅਤੇ ਕਿਹੜੀ ਚੀਜ਼ ਨੂੰ ਸੈਪਰੇਟ ਕਰਨੀ ਆਪਾਂ ਇੱਥੇ ਉਹ ਪੜ੍ਹਨ ਲੱਗੇ ਹਾਂ।
ठीक है। तो फर्स्ट मैथड अपने कोल इवैपोरेशन। इवैपोरेशन तुहानूं पता ही है कि ਜਦੋਂ ਇੱਕ ਲਿਕੁਇਡ ਆਪਦੇ ਵੇਪਰ ਸਟੇਟ ਜਾਂ ਗੈਸ਼ੀਅਸ ਸਟੇਟ ਵਿੱਚ ਕਨਵਰਟ ਹੋ ਜਾਂਦਾ ਉਹਨੂੰ ਬੋਲਦੇ ਹਾਂ ਆਪਾਂ ਇਵੈਪੋਰੇਸ਼ਨ। ਅਤੇ ਜਦੋਂ ਆਪਾਂ ਹੀਟ ਕਰਦੇ ਹਾਂ ਕਿਸੇ ਵੀ ਚੀਜ਼ ਨੂੰ, ਹੀਟ ਕਰਨ 'ਤੇ ਜਿਹੜਾ ਇਵੈਪੋਰੇਸ਼ਨ ਦਾ ਰੇਟ ਹੈ ਉਹ ਹੋਰ ਵੀ ਇਨਕਰੀਜ਼ ਹੋ ਜਾਂਦਾ, ਠੀਕ ਹੈ। ਅਤੇ ਜ਼ਿਆਦਾਤਰ ਜਿਹੜੇ ਵੀ ਹੋਮੋਜੀਨੀਅਸ ਮਿਕਸਚਰ ਹੁੰਦੇ ਆ ਸੋਲਿਡ ਅਤੇ ਲਿਕੁਇਡ ਵਾਲੇ, ਵੀ ਇੱਕ ਆਪਾਂ ਲਿਕੁਇਡ ਲਿਆ ਉਹਦੇ ਵਿੱਚ ਆਪਾਂ ਕੋਈ ਸੋਲਿਡ ਮਿਕਸ ਕਰਤਾ, ਫੋਰ ਐਗਜ਼ਾਮਪਲ ਸਾਲਟ ਪਾਤਾ ਜਾਂ ਸੈਂਡ ਪਾਤੀ, ਠੀਕ ਹੈ। ਸੋਲਿਡ ਲਿਕੁਇਡ ਦੇ ਮਿਕਸਚਰ ਨੂੰ ਸੈਪਰੇਟ ਕਰਨ ਲਈ ਆਪਾਂ ਇਵੈਪੋਰੇਸ਼ਨ ਦਾ ਪ੍ਰੋਸੈਸ ਯੂਜ਼ ਕਰਦੇ ਹੁੰਦੇ ਹਾਂ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਸੋਲਿਡ ਕੰਪੋਨੈਂਟ ਹੁੰਦਾ ਉਹ ਲਿਕੁਇਡ ਵਿੱਚ ਡਿਜ਼ੋਲਵਡ ਹੁੰਦਾ, ਠੀਕ ਹੈ। ਜਦੋਂ ਲਿਕੁਇਡ ਵਿੱਚ ਡਿਜ਼ੋਲਵ ਹੋਊਗਾ ਤਾਂ ਆਪਾਂ ਨੂੰ ਲਿਕੁਇਡ ਨੂੰ ਗਰਮ ਕਰਨਾ ਸ਼ੁਰੂ ਕਰਾਂਗੇ, ਤਾਂ ਗਰਮ ਹੋ ਕੇ ਲਿਕੁਇਡ ਤਾਂ ਸਾਰਾ ਉੱਡ ਜੂਗਾ, ਜੋ ਵੀ ਸੋਲਿਡ ਪਾਰਟੀਕਲ ਹੋਣਗੇ ਉਹ ਨੀਚੇ ਰਹਿ ਜਾਣਗੇ, ਠੀਕ ਹੈ। ਤਾਂ ਸਭ ਤੋਂ ਵੱਡੇ ਲਾਰਜ ਸਕੇਲ 'ਤੇ ਇਹ ਯੂਜ਼ ਹੁੰਦਾ ਸੀ ਵਾਟਰ 'ਚੋਂ ਸੋਲਟ ਨੂੰ ਸੈਪਰੇਟ ਕਰਨ ਲਈ, ਇਵੈਪੋਰੇਸ਼ਨ ਵਾਲਾ ਪ੍ਰੋਸੈਸ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਕ੍ਰਿਸਟਲਾਈਜੇਸ਼ਨ। ਨੈਕਸਟ ਮੈਥਡ ਹੈ, ਇੱਕ ਟੈਕਨੀਕ ਹੈ ਜਿਹਦੇ ਨਾਲ ਆਪਾਂ ਕੋਈ ਮਤਲਬ ਮਿਕਸਚਰ ਨੂੰ ਸੈਪਰੇਟ ਕਰ ਸਕਦੇ ਹਾਂ, ਤਾਂ ਉਹ ਹੈਗਾ ਆਪਣੇ ਕੋਲ ਕ੍ਰਿਸਟਲਾਈਜੇਸ਼ਨ। ਕ੍ਰਿਸਟਲਾਈਜੇਸ਼ਨ 'ਚ ਕੀ ਹੋਊਗਾ, ਆਪਾਂ ਇੱਕ ਕੰਸਨਟ੍ਰੇਟਡ ਸੋਲਿਊਸ਼ਨ ਲੈ ਲੈਣਾ। ਕੰਸਨਟ੍ਰੇਟਡ ਸੋਲਿਊਸ਼ਨ ਮਤਲਬ ਜਿਹਦੇ ਵਿੱਚ ਐਸਿਡ ਜ਼ਿਆਦਾ ਹੋਊਗਾ ਜਾਂ ਕੋਈ ਇੱਕ ਅਮਾਊਂਟ ਜ਼ਿਆਦਾ ਹੋਊਗੀ ਐਜ਼ ਕੰਪੇਅਰ ਟੂ ਸੈਕਿੰਡ ਜਿਹੜਾ ਆਪਣੇ ਕੋਲ ਇਨਗਰੀਡੀਅੰਟ ਹੋਊਗਾ, ਠੀਕ ਹੈ। ਤਾਂ ਇਹਦੇ ਵਿੱਚ ਕੀ ਕਰਨਾ, ਇਹ ਪੂਰੇ ਸੋਲਿਊਸ਼ਨ ਨੂੰ ਆਪਾਂ ਚੰਗੀ ਤਰ੍ਹਾਂ ਹੀਟ ਕਰ ਲੈਣਾ, ਠੀਕ ਹੈ। ਪ੍ਰੋਪਰਲੀ ਇਹਨੂੰ ਹੀਟ ਕਰ ਲੈਣਾ। ਹੀਟ ਕਰਨ ਤੋਂ ਬਾਅਦ ਡਾਇਰੈਕਟਲੀ ਇਹਨੂੰ ਕੂਲ ਕਰ ਦੇਣਾ। ਮੰਨ ਲਓ ਆਪਾਂ ਇੱਕ ਮਤਲਬ ਆਈਸ ਬਾਥ ਲਿਆ, ਆਈਸ ਬਾਥ ਵਿੱਚ ਮਤਲਬ ਆਈਸ ਪਈ ਹੁੰਦੀ ਹੈ ਇੱਥੇ, ਉਹਨੂੰ ਫਟਾਫਟ ਕੀ ਇੱਥੇ ਕੂਲ ਵੀ ਕਰਤਾ। ਕੂਲ ਉਹ ਪੂਰੀ ਹੀਟ ਲਿਕੁਇਡ ਨੂੰ ਜਦੋਂ ਆਪਾਂ ਕੂਲ ਕਰਾਂਗੇ ਨਾ ਉਹਦੇ ਵਿੱਚ ਕ੍ਰਿਸਟਲਸ ਬਣਨੇ ਸ਼ੁਰੂ ਹੋ ਜਾਣਗੇ, ਛੋਟੇ ਛੋਟੇ ਇੱਦਾਂ ਕ੍ਰਿਸਟਲਸ ਬਣ ਜਾਂਦੇ ਆ। ਉਹ ਕ੍ਰਿਸਟਲਸ ਵਾਲੇ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਕ੍ਰਿਸਟਲਾਈਜੇਸ਼ਨ, ਠੀਕ ਹੈ। ਤਾਂ ਇਹ ਜਿਹੜਾ ਪ੍ਰੋਸੈਸ ਹੈ ਕ੍ਰਿਸਟਲਾਈਜੇਸ਼ਨ ਦਾ, ਇਹ ਆਪਾਂ ਕਾਹਦੇ ਵਾਸਤੇ ਯੂਜ਼ ਕਰਦੇ ਹਾਂ, ਜਦੋਂ ਆਪਾਂ ਪਿਓਰ ਸਬਸਟਾਂਸ ਇੱਕ ਲੈਣਾ ਹੋਵੇ ਇੰਪਿਓਰ ਸੈਂਪਲ 'ਚੋਂ। ਕੋਈ ਵੀ ਆਪਣੇ ਕੋਲ ਇੰਪਿਓਰ ਸੋਲਿਡ ਸੈਂਪਲ ਹੈ, ਉਹਦੇ ਵਿੱਚ ਆਪਾਂ ਪਿਓਰ ਸਬਸਟਾਂਸ ਨੂੰ ਸੈਪਰੇਟ ਕਰਨਾ, ਤਾਂ ਪਿਓਰ ਸਬਸਟਾਂਸ ਨੂੰ ਸੈਪਰੇਟ ਕਰਨ ਲਈ ਆਪਾਂ ਕ੍ਰਿਸਟਲਾਈਜੇਸ਼ਨ ਦਾ ਮੈਥਡ ਯੂਜ਼ ਕਰਦੇ ਹਾਂ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਕੀ ਕਰਨਾ, ਜਿਹੜਾ ਇੰਪਿਓਰ ਸੋਲਿਡ ਹੈ ਉਹਨੂੰ ਆਪਾਂ ਕੁਛ ਕੁ ਅਮਾਊਂਟ ਆਫ ਵਾਟਰ ਵਿੱਚ ਡਿਜ਼ੋਲਵ ਕਰਕੇ ਇੱਕ ਸੋਲਿਊਸ਼ਨ ਬਣਾ ਲੈਣਾ। ਫਿਰ ਜਿਹੜਾ ਉਹ ਹੈਗਾ ਆਪਣਾ ਸੋਲਿਊਸ਼ਨ ਬਣਿਆ, ਉਹਦੇ ਵਿੱਚ ਆਪਾਂ ਜਿਹੜੀਆਂ ਵੀ ਇਨਸੋਲੂਬਲ ਇੰਪਿਓਰਿਟੀਜ਼, ਜਿਹੜੀਆਂ ਵੱਡੀਆਂ ਇੰਪਿਓਰਿਟੀਜ਼ ਹੈ ਉਹਨੂੰ ਤਾਂ ਥੋੜ੍ਹਾ ਆਪਾਂ ਫਿਲਟਰ ਕਰਕੇ ਸਾਈਡ ਕਰ ਦੇਣੀ ਹੈ, ਠੀਕ ਹੈ। ਅਤੇ ਪਿੱਛੇ ਜਿਹੜਾ ਕਲੀਅਰ ਸੋਲਿਊਸ਼ਨ ਬਚੂਗਾ, ਪਿੱਛੇ ਜੋ ਕਲੀਅਰ ਸੋਲਿਊਸ਼ਨ ਬਣਿਆ ਉਹਨੂੰ ਆਪਾਂ ਹੀਟ ਕਰਨਾ ਸ਼ੁਰੂ ਕਰ ਦੇਣਾ। ਹੀਟ ਕਰਕੇ ਉਹਨੂੰ ਪ੍ਰੋਪਰਲੀ ਸਾਰਾ ਮਿਕਸ ਕਰ ਦੇਣਾ, ਪ੍ਰੋਪਰਲੀ ਉਹਨੂੰ ਇੱਦਾਂ ਸਟਰ ਕਰੀ ਚੱਲੋ ਗਲਾਸ ਰੋਡ ਨਾਲ, ਪ੍ਰੋਪਰਲੀ ਉਹਨੂੰ ਹੀਟ ਕਰ ਦਿਓ। ਫਿਰ ਹੀਟ ਹੋਣ ਤੋਂ ਬਾਅਦ ਉਹਨੂੰ ਕੀ ਹੈ ਕੂਲ ਕਰਨਾ ਸ਼ੁਰੂ ਕਰੋ, ਹੌਲੀ ਹੌਲੀ ਕੂਲ ਹੋਣਾ ਸ਼ੁਰੂ ਹੋ ਜਾਊਗਾ। ਕੂਲ ਹੋਣ ਤੋਂ ਬਾਅਦ ਜਿਹੜਾ ਪਿਓਰ ਸੋਲਿਡ ਹੈ ਉਹ ਬੇਸ ਆਫ ਦਾ ਬੀਕਰ ਵਿੱਚ ਰਹਿ ਜਾਊਗਾ, ਅਤੇ ਇੰਪਿਓਰ ਹੈ ਜਿਹੜਾ ਉਹ ਜੋ ਲਿਕੁਇਡ ਬਚੂਗਾ ਉਹ ਲਿਕੁਇਡ 'ਚ ਇੰਪਿਓਰ ਰਹਿ ਜਾਊਗਾ। ਸੋ ਜਿਹੜਾ ਪੂਰਾ ਪਿਓਰ ਹੋਊਗਾ ਨੀਚੇ ਬੇਸ 'ਤੇ ਆ ਕੇ ਬੈਠ ਜਾਊਗਾ, ਠੀਕ ਹੈ। ਤਾਂ ਆਪਾਂ ਇਹ ਪ੍ਰੋਸੈਸ ਯੂਜ਼ ਕਰ ਸਕਦੇ ਹਾਂ ਕ੍ਰਿਸਟਲਾਈਜੇਸ਼ਨ ਦਾ, ਜਦੋਂ ਆਪਾਂ ਇੰਪਿਓਰ ਸੈਂਪਲ ਵਿੱਚੋਂ ਪਿਓਰ ਸੋਲਿਡ ਨੂੰ ਸੈਪਰੇਟ ਕਰਨਾ। ਨੈਕਸਟ ਆ ਗਿਆ ਆਪਣੇ ਕੋਲ ਸਬਲੀਮੇਸ਼ਨ। ਸਬਲੀਮੇਸ਼ਨ ਡੈਫੀਨੇਸ਼ਨ ਦਾ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਇੱਕ ਸੋਲਿਡ ਡਾਇਰੈਕਟਲੀ ਕਨਵਰਟ ਹੋ ਜਾਂਦਾ ਉਹਦੇ ਵੈਪਰ ਸਟੇਟ ਵਿੱਚ, ਉਹਨੂੰ ਆਪਾਂ ਬੋਲਦੇ ਹਾਂ ਸਬਲੀਮੇਸ਼ਨ। ਇਹਦੇ ਵਿੱਚ ਆਪਾਂ ਨੂੰ ਹੀਟ ਦੇਣੀ ਪੈਂਦੀ ਹੈ, ਹੀਟ ਲੈ ਕੇ ਸਬਸਟੈਂਸ ਫਿਰ ਡਾਇਰੈਕਟਲੀ ਕਨਵਰਟ ਹੁੰਦਾ ਵੈਪਰ ਸਟੇਟ ਵਿੱਚ। ਅਤੇ ਜਦੋਂ ਇਹ ਵੈਪਰ ਸਟੇਟ ਵਿੱਚ ਕਨਵਰਟ ਹੁੰਦਾ ਤਾਂ ਆਸੇ ਪਾਸੇ ਕੀ ਹੈ ਕੂਲਿੰਗ ਇਫੈਕਟ ਸ਼ੋ ਕਰਦਾ। ਤਾਂ ਇਹ ਹੁੰਦੀ ਆਪਣੇ ਕੋਲ ਸਬਲੀਮੇਸ਼ਨ। ਜਿਹੜਾ ਸੋਲਿਡ ਸਬਸਟਾਂਸ ਸਬਲੀਮੇਸ਼ਨ ਸ਼ੋ ਕਰਦਾ, ਜਿਵੇਂ ਮੰਨ ਲਓ ਨੈਪਥਲੀਨ ਬਾਲ ਹੈ, ਨੈਪਥਲੀਨ ਬਾਲ ਹੌਲੀ ਹੌਲੀ ਆਪਦੇ ਵੈਪਰ 'ਚ ਕਨਵਰਟ ਹੋ ਜਾਂਦੇ ਨਾ, ਤਾਂ ਉਹ ਸੋਲਿਡ ਸਬਸਟਾਂਸ ਨੂੰ ਆਪਾਂ ਬੋਲਣਾ ਹੈ ਸਬਲਾਈਮ, ਠੀਕ ਹੈ। ਅਤੇ ਜਿਹੜਾ ਸੋਲਿਡ ਓਬਟੇਨਡ ਬਾਈ ਕੂਲਿੰਗ ਦਾ ਵੈਪਰ, ਹੁਣ ਜੋ ਇਹਦੇ ਵੈਪਰ ਬਣੇ, ਮੈਂ ਮੰਨ ਲਓ ਇੱਕ ਵੈਪਰ ਨੂੰ ਇੱਕ ਪਲੇਟ ਵਿੱਚ ਕੂਲ ਕਰਤਾ, ਵੀ ਵੈਪਰ ਆ ਕੇ ਫਿਰ ਕੀ ਹੈ ਪਲੇਟ 'ਤੇ ਕੂਲ ਹੋ ਰਹੇ ਹੈ, ਤਾਂ ਜਿਹੜੇ ਵੈਪਰ ਕੂਲ ਹੋ ਕੇ ਸੋਲਿਡ ਬਣਨਗੇ ਉਹਨੂੰ ਬੋਲਣਾ ਆਪਾਂ ਸਬਲੀਮੇਟ, ਠੀਕ ਹੈ। ਸਬਲੀਮੇਸ਼ਨ ਹੈ ਜਿਹੜੇ ਫਿਊ ਸਬਸਟਾਂਸਿਸ ਲਈ ਹੀ ਅਕਰ ਹੁੰਦੀ ਆ। ਕੁਛ ਕੁ ਸਬਸਟਾਂਸਿਸ ਹੈ ਜਿਨ੍ਹਾਂ ਦੀਆਂ ਮਤਲਬ ਕਿ ਡੈਂਸਿਟੀਜ਼ ਵਗੈਰਾ ਘੱਟ ਹੁੰਦੀਆਂ, ਉਹਨਾਂ ਸਬਸਟਾਂਸਿਸ ਲਈ ਹੀ ਸਬਲੀਮੇਸ਼ਨ ਐਪਲੀਕੇਬਲ ਹੁੰਦੀ ਹੈ। ਸਬਸਟਾਂਸਿਸ ਕਿਹੜੇ ਜਿਵੇਂ ਅਮੋਨੀਅਮ ਕਲੋਰਾਈਡ, ਆਇਓਡੀਨ, ਕੈਂਫਰ, ਨੈਪਥਲੀਨ, ਐਂਥਰਾਸੀਨ, ਇਹ ਵਾਲੇ ਕੁਛ ਕੁ ਸਬਸਟਾਂਸਿਸ ਹੈ ਜਿਹੜੇ ਸਬਲੀਮੇਸ਼ਨ ਦਾ ਪ੍ਰੋਸੈਸ ਸ਼ੋ ਕਰਦੇ ਆ, ਠੀਕ ਹੈ। ਨੈਕਸਟ ਹੋ ਗਿਆ ਆਪਣੇ ਕੋਲ ਡਿਸਟੀਲੇਸ਼ਨ। ਡਿਸਟੀਲੇਸ਼ਨ ਦਾ ਮਤਲਬ ਕੀ ਹੈ ਕਿ ਜਦੋਂ ਇੱਕ ਲਿਕੁਇਡ ਆਪਣੀ ਵੈਪਰ ਸਟੇਟਸ ਦੇ ਵਿੱਚ ਕਨਵਰਟ ਹੁੰਦਾ, ਕੋਈ ਹੀਟ ਦੇ ਕੇ ਜਦੋਂ ਲਿਕੁਇਡ ਵੈਪਰ ਦੇ ਵਿੱਚ ਕਨਵਰਟ ਹੋ ਜਾਂਦਾ, ਅਤੇ ਬਾਅਦ ਵਿੱਚ ਜਿਹੜਾ ਵੈਪਰ ਬਣਦਾ ਨਾ, ਵੈਪਰ ਨੂੰ ਆਪਾਂ ਕੂਲ ਕਰਕੇ ਉਹਦਾ ਫਿਰ ਇੱਕ ਪਿਓਰ ਲਿਕੁਇਡ ਕਨਵਰਟ ਹੋ ਜਾਂਦਾ। ਫੋਰ ਐਗਜ਼ਾਮਪਲ ਮੇਰੇ ਕੋਲ ਇੱਕ ਗੈਸ 'ਤੇ ਇੱਕ ਮੈਂ ਫਲੇਮ ਦੇ ਰਹੀ ਹਾਂ ਨੀਚੋਂ ਦੀ, ਅਤੇ ਇੱਥੇ ਮੇਰੇ ਕੋਲ ਕੀ ਹੈ ਪੈਨ ਵਿੱਚ ਵਾਟਰ ਹੈ, ਠੀਕ ਹੈ। ਹੁਣ ਇਹ ਵਾਟਰ ਨੂੰ ਜਦੋਂ ਆਪਾਂ ਗਰਮ ਕਰਾਂਗੇ ਤਾਂ ਓਬਵੀਅਸ ਹੈ ਉਹਦੇ ਕੀ ਹੈ ਵੈਪਰ ਬਣਨੇ ਸ਼ੁਰੂ ਹੋ ਜਾਣਗੇ। ਬਟ ਜੇ ਮੈਂ ਪੈਨ ਉੱਪਰ ਇੱਕ ਪਲੇਟ ਦੇ ਦਾਂ ਤਾਂ ਉਹ ਵੈਪਰ ਪਲੇਟ ਦੇ ਉੱਪਰ ਜਾ ਕੇ ਕੀ ਜੰਮਣੇ ਸ਼ੁਰੂ ਹੋ ਜਾਣਗੇ ਨਾ, ਵੈਪਰ ਪਲੇਟ ਦੇ ਉੱਪਰ ਆ ਜਾਣਗੇ, ਅਤੇ ਪਲੇਟ ਦੇ ਉੱਪਰ ਜਦੋਂ ਵੈਪਰ ਆਉਣਗੇ ਉਹ ਲਿਕੁਇਡ ਵਿੱਚ ਕਨਵਰਟ ਹੋਏ ਹੁੰਦੇ ਆ, ਲਿਕੁਇਡ ਦੀਆਂ ਡ੍ਰੋਪਲੇਟਸ ਬਣੀਆਂ ਹੁੰਦੀਆਂ।
ਤਾਂ ਜਿਹੜੀਆਂ ਇਹ ਡ੍ਰੌਪਲੇਟਸ ਹੈ ਇਹ ਐਕਚੁਅਲੀ ਪਿਓਰ ਲਿਕੁਇਡ ਸਟੇਟ ਦੀਆਂ ਹੁੰਦੀਆਂ ਤੇ ਇਹ ਪੂਰੇ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਡਿਸਟੀਲੇਸ਼ਨ ਪ੍ਰੋਸੈਸ। ਠੀਕ ਹੈ, ਵੀ ਪਹਿਲਾਂ ਲਿਕੁਇਡ ਨੂੰ ਹੀਟ ਕਰਕੇ ਵੈਪਰ ਬਣਾਉਣਾ ਹੈ, ਫਿਰ ਵੈਪਰ ਨੂੰ ਫਿਰ ਕੂਲ ਕਰਕੇ ਲਿਕੁਇਡ ਬਣਾਉਣਾ ਹੈ। ਕਲੀਅਰ। ਨੈਕਸਟ ਆ ਗਿਆ ਆਪਣੇ ਕੋਲ ਮੈਥਡ ਫ੍ਰੈਕਸ਼ਨਲ ਡਿਸਟੀਲੇਸ਼ਨ। ਫ੍ਰੈਕਸ਼ਨਲ ਡਿਸਟੀਲੇਸ਼ਨ ਕੀ ਹੈ? ਇਹ ਉੱਦਾਂ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਆਪਾਂ ਦੋ ਮਿਸਿਬਲ ਲਿਕੁਇਡਸ ਨੂੰ ਸੈਪਰੇਟ ਕਰਨਾ ਬਾਈ ਡਿਸਟੀਲੇਸ਼ਨ ਪ੍ਰੋਸੈਸ। ਡਿਸਟੀਲੇਸ਼ਨ ਪ੍ਰੋਸੈਸ ਤੁਹਾਨੂੰ ਸਮਝਾਤਾ ਕੀ ਹੁੰਦਾ। ਠੀਕ ਹੈ, ਮਿਸਿਬਲ ਲਿਕੁਇਡਸ ਉਹ ਵਾਲੇ ਲਿਕੁਇਡਸ ਹੁੰਦੇ ਆ ਜਿਹੜੇ ਪ੍ਰੋਪਰਲੀ ਆਪਸ 'ਚ ਮਿਕਸ ਹੋ ਜਾਂਦੇ ਆ। ਠੀਕ ਹੈ, ਬਟ ਇਹ ਆਪਾਂ ਕੀ ਹੈ ਡਿਸਟੀਲੇਟ ਬੀਇੰਗ ਕਲੈਕਟਡ ਇਨ ਅ ਫ੍ਰੈਕਸ਼ਨ ਬੋਇਲਿੰਗ ਐਟ ਡਿਫਰੈਂਟ ਟੈਂਪਰੇਚਰਸ। ਇਹਨਾਂ ਨੂੰ ਕੀ ਹੈ ਡਿਫਰੈਂਟ ਟੈਂਪਰੇਚਰਸ 'ਤੇ ਬੋਇਲ ਵਗੈਰਾ ਕਰਕੇ ਆਪਾਂ ਫ੍ਰੈਕਸ਼ਨਲ ਡਿਸਟੀਲੇਸ਼ਨ ਦੇ ਪ੍ਰੋਸੈਸ ਨਾਲ ਟੂ ਮਿਸਿਬਲ ਲਿਕੁਇਡਸ ਨੂੰ ਸੈਪਰੇਟ ਕਰਨਾ ਹੈ। ਠੀਕ ਹੈ, ਜਿਹੜੇ ਦੋ ਮਿਸਿਬਲ ਲਿਕੁਇਡਸ ਹੋਣਗੇ ਉਹਨਾਂ ਨੂੰ ਆਪਾਂ ਫ੍ਰੈਕਸ਼ਨਲ ਡਿਸਟੀਲੇਸ਼ਨ ਨਾਲ ਸੈਪਰੇਟ ਕਰ ਸਕਦੇ ਹਾਂ। ਅਤੇ ਇੱਕ ਫ੍ਰੈਕਸ਼ਨਲ ਡਿਸਟੀਲੇਸ਼ਨ ਵਿੱਚ ਕਾਲਮ ਯੂਜ਼ ਕਰਦੇ ਆ। ਇਹਦਾ ਮਤਲਬ ਕਿ ਇੱਥੇ ਕਾਲਮ ਲੱਗੀ ਹੁੰਦੀ ਹੈ, ਉਹਨੂੰ ਆਪਾਂ ਫ੍ਰੈਕਸ਼ਨੇਟਿੰਗ ਕਾਲਮ ਵੀ ਬੋਲਦੇ ਹਾਂ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਸੈਪਰੇਟਿੰਗ ਫਨਲ। ਸੈਪਰੇਟਿੰਗ ਫਨਲ ਇੱਦਾਂ ਦਾ ਹੁੰਦਾ ਸੈਪਰੇਟਿੰਗ ਫਨਲ। ਹਾਂ, ਸੈਪਰੇਟਿੰਗ ਫਨਲ ਕੀ ਇੱਕ ਸਪੈਸ਼ਲ ਟਾਈਪ ਦੀ ਫਨਲ ਹੁੰਦੀ ਹੈ ਜਿਹਦੇ ਉੱਪਰ ਕੀ ਹੈ ਸਟਾਪ, ਇੱਥੇ ਸਟਾਪ ਕੌਕ ਵੀ ਲੱਗੀ ਹੁੰਦੀ ਹੈ। ਇੱਥੇ ਆਪਣੇ ਕੋਲ ਇੱਕ ਸਟਾਪ ਕੌਕ ਲੱਗੀ ਹੁੰਦੀ ਜਿਹਦੇ ਨਾਲ ਆਪਾਂ ਨੂੰ ਓਪਨ ਜਾਂ ਕਲੋਜ਼ ਕਰ ਸਕਦੇ ਹਾਂ। ਠੀਕ ਹੈ, ਇਹ ਕਾਹਦੇ ਲਈ ਯੂਜ਼ ਹੁੰਦਾ ਜਦੋਂ ਆਪਾਂ ਦੋ ਇਮਿਸਿਬਲ ਲਿਕੁਇਡਸ ਨੂੰ ਸੈਪਰੇਟ ਕਰਨਾ। ਮਾਈਟ ਵੀ ਇੱਥੇ ਡਾਇਗਰਾਮ, ਯੈਸ ਡਾਇਗਰਾਮ ਹੈਗੀ ਹੈ। ਜਦੋਂ ਆਪਾਂ ਦੋ ਇਮਿਸਿਬਲ ਲਿਕੁਇਡਸ ਲਏ, ਦੋ ਕਿਹਦੇ ਵਿੱਚ ਕਾਫੀ ਇਮਿਸਿਬਲ ਲਿਕੁਇਡਸ ਹੈ। ਪਹਿਲਾਂ ਮੈਂ ਸੈਪਰੇਟਿੰਗ ਫਨਲ ਦੇ ਵਿੱਚ ਵਾਟਰ ਪਾਇਆ, ਕੈਰੋਸਿਨ ਆਇਲ, ਸੈਪਰੇਟਿੰਗ ਕੈਰੋਸਿਨ ਆਇਲ ਪਾਇਆ। ਠੀਕ ਹੈ, ਵਾਟਰ ਅਤੇ ਕੈਰੋਸਿਨ ਆਇਲ ਨੂੰ ਮੈਂ ਕੀ ਕੀਤਾ, ਕੈਰੋਸਿਨ ਆਇਲ ਨੂੰ ਮੈਂ ਸੈਪਰੇਟਿੰਗ ਫਨਲ ਦੇ ਵਿੱਚ ਪਾਤਾ। ਠੀਕ ਹੈ, ਫਿਰ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਸ਼ੇਕ ਕੀਤਾ। ਸ਼ੇਕ ਕਰਨ 'ਤੇ ਕੀ ਹੋਊਗਾ, ਜਿਹੜੀ ਤਾਂ ਲਿਕੁਇਡ ਘੱਟ ਡੈਂਸਰ ਹੋਊਗਾ ਉਹ ਉੱਪਰ ਫਲੋਟ ਕਰੂਗਾ, ਵੱਧ ਡੈਂਸਿਟੀ ਵਾਲਾ ਨੀਚੇ ਫਲੋਟ ਕਰੂਗਾ। ਅਤੇ ਵਾਟਰ ਦੀ ਡੈਂਸਿਟੀ ਉਹ ਹੈਵੀਅਰ ਹੁੰਦਾ ਲਿਕੁਇਡ ਐਜ਼ ਕੰਪੇਅਰ ਟੂ ਕੈਰੋਸਿਨ ਆਇਲ, ਤਾਂ ਵਾਟਰ ਨੀਚੇ ਆ ਜਾਊਗਾ, ਕੈਰੋਸਿਨ ਆਇਲ ਉੱਪਰ ਆ ਜਾਊਗਾ। ਠੀਕ ਹੈ, ਫਿਰ ਕੀ ਕਰਨਾ, ਇੱਥੇ ਸਟਾਪ ਕੌਕ ਲੱਗੀ ਹੁੰਦੀ ਹੈ, ਇਹਨੂੰ ਨਾ ਆਪਾਂ ਓਪਨ ਜਾਂ ਕਲੋਜ਼ ਕਰ ਸਕਦੇ ਹਾਂ। ਇਹਨੂੰ ਮੈਂ ਥੋੜ੍ਹਾ ਜਿਹਾ ਓਪਨ ਕਰੂੰਗੀ। ਓਪਨ ਕਰਨ 'ਤੇ ਕੀ ਜਿਹੜਾ ਵਾਟਰ ਹੈ ਨਾ ਇਹ ਇੱਥੋਂ ਦੀ ਨੀਚੇ ਬੀਕਰ 'ਚ ਕਲੈਕਟ ਹੋਈ ਜਾਊਗਾ। ਆਪਾਂ ਉਦੋਂ ਤੱਕ ਓਪਨ ਰੱਖਣਾ ਜਦੋਂ ਇਹ ਲਾਸਟ ਲੇਅਰ ਤੱਕ ਵੀ ਨੀਚੇ ਆ ਜਾਊਗੀ। ਜਦੋਂ ਹੀ ਆਪਣੀ ਕੈਰੋਸਿਨ ਆਇਲ ਦੀ ਲੇਅਰ ਇੱਥੇ ਆ ਗਈ, ਇਹਨੂੰ ਫਟਾਫਟ ਬੰਦ ਕਰ ਦੇਣਾ। ਫਿਰ ਆਪਣਾ ਵਾਟਰ ਸੈਪਰੇਟ ਹੋ ਗਿਆ, ਕੈਰੋਸਿਨ ਆਇਲ ਸੈਪਰੇਟ ਹੋ ਗਈ। ਤਾਂ ਇਹ ਆਪਣੇ ਕੋਲ ਹੈਗਾ ਇਮਿਸਿਬਲ ਲਿਕੁਇਡਸ ਨੂੰ ਸੈਪਰੇਟ ਕਰਨ ਲਈ ਸੈਪਰੇਟਿੰਗ ਫਨਲ। ਨੈਕਸਟ ਆ ਗਿਆ ਆਪਣੇ ਕੋਲ ਕ੍ਰੋਮੈਟੋਗ੍ਰਾਫੀ। ਕ੍ਰੋਮੈਟੋਗ੍ਰਾਫੀ ਮੈਂ ਵੈਸੇ ਮਾੜਾ ਸਮਝਾ ਦਿੰਦੀ ਹਾਂ ਕੀ ਹੁੰਦਾ। ਕ੍ਰੋਮੈਟੋਗ੍ਰਾਫੀ ਵਿੱਚ ਕੀ ਹੁੰਦਾ, ਆਪਾਂ ਨਾ ਡਾਈਜ਼ ਜਾਂ ਮਤਲਬ ਇੱਕ ਇੰਕ ਵਿੱਚੋਂ ਡਾਈਜ਼ ਨੂੰ ਸੈਪਰੇਟ ਕਰਨਾ। ਮੰਨ ਲਓ ਮੇਰੇ ਕੋਲ ਰੈੱਡ ਪੈਨ ਹੈ। ਰੈੱਡ ਪੈਨ ਕਾਹਦੇ ਤੋਂ ਬਣਿਆ ਹੁੰਦਾ, ਕਾਫੀ ਡਾਈਜ਼ ਨੂੰ ਜੋੜ ਕੇ ਬਣਿਆ ਹੁੰਦਾ। ਜਿਵੇਂ ਬਲੈਕ ਪੈਨ ਹੈ, ਬਲੈਕ ਪੈਨ ਬਲਿਊ ਅਤੇ ਬਲੈਕ ਡਾਈ ਨੂੰ ਜੋੜ ਕੇ ਬਣੀ ਹੁੰਦੀ ਹੈ ਬਲੈਕ ਪੈਨ। ਠੀਕ ਹੈ, ਹੁਣ ਇਹ ਇੰਕ ਦੇ ਵਿੱਚੋਂ ਮੈਂ ਡਾਈਜ਼ ਨੂੰ ਸੈਪਰੇਟ ਕਰਨਾ ਹੈ, ਤਾਂ ਡਾਈਜ਼ ਨੂੰ ਸੈਪਰੇਟ ਕਰਨ ਲਈ ਆਪਾਂ ਕਿਹੜਾ ਪ੍ਰੋਸੈਸ ਯੂਜ਼ ਕਰਾਂਗੇ, ਕ੍ਰੋਮੈਟੋਗ੍ਰਾਫੀ ਦਾ। ਠੀਕ ਹੈ, ਇਹਦੇ ਵਿੱਚ ਆਪਾਂ ਕੀ ਹੈ ਮਿਕਸਚਰ ਆਫ ਜਾਂ ਤਾਂ ਗੈਸਿਸ ਦਾ ਜਾਂ ਲਿਕੁਇਡ ਸੋਲਿਊਸ਼ਨ ਦਾ ਮਿਕਸ ਨੂੰ ਕੀ ਹੈ ਸੈਪਰੇਟ ਕਰਾਂਗੇ। ਇਹਦੇ ਵਿੱਚ ਜਿਵੇਂ ਪਿੰਕ ਪੈਨ ਇੰਕਸ ਹੋ ਗਏ, ਇਹ ਡਿਫਰੈਂਟ ਕਲਰਸ ਦੇ ਬਣੇ ਹੁੰਦੇ ਆ। ਠੀਕ ਹੈ, ਇਹ ਕਿਵੇਂ ਕੰਮ ਕਰਨਗੇ ਧਿਆਨ ਨਾਲ ਦੇਖੋ। ਇੱਕ ਬੀਕਰ ਲੈਣਾ, ਬੀਕਰ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਲੈ ਲੈਣਾ। ਠੀਕ ਹੈ, ਫਿਰ ਇੱਕ ਆਪਾਂ ਫਿਲਟਰ ਪੇਪਰ ਲੈਣਾ ਹੁੰਦਾ। ਫਿਲਟਰ ਪੇਪਰ ਹੁੰਦਾ ਇੱਕ ਇੱਦਾਂ ਦਾ, ਮਤਲਬ ਸਟ੍ਰਿਪਸ ਹੁੰਦੀਆਂ ਫਿਲਟਰ ਪੇਪਰ ਦੀਆਂ। ਫਿਲਟਰ ਪੇਪਰ ਇੱਦਾਂ ਆਪਾਂ ਲੈ ਲੈਣਾ, ਉਹਦੇ ਉੱਪਰ ਜੇ ਕਰਕੇ ਨਾ ਅਤੇ ਸੈਂਟਰ ਜੇ ਵਿੱਚ ਕਰਕੇ ਉਹ ਇੰਕ ਪਾ ਦੇਣੀ ਹੈ। ਠੀਕ ਹੈ, ਇੰਕ ਪਾਉਣ ਦੇ ਕੀ ਬਾਅਦ ਵਿੱਚ ਉਹਨੂੰ ਫਿਲਟਰ ਪੇਪਰ ਨੂੰ ਪਾਣੀ ਵਿੱਚ ਪਾ ਦੇਣਾ ਹੈ। ਇੰਕ ਪਾਣੀ ਨਾਲ ਟੱਚ ਨਹੀਂ ਹੋਣੀ ਚਾਹੀਦੀ, ਸਿਰਫ ਫਿਲਟਰ ਪੇਪਰ ਥੋੜ੍ਹਾ ਟੱਚ ਹੋਵੇ। ਠੀਕ ਹੈ, ਪਾਣੀ ਨਾਲ ਜਿਵੇਂ ਪਾਣੀ ਨੂੰ ਅਬਜ਼ੋਰਬ ਕਰੂਗਾ ਫਿਲਟਰ ਪੇਪਰ, ਇਹ ਜਿਹੜੀ ਡਾਈ ਹੈ ਨਾ, ਇਹ ਜਿਹੜੇ ਇੰਕ ਹੈ, ਇਹ ਇੰਕ ਆਪਦੇ ਡਿਫਰੈਂਟ ਡਾਈਜ਼ ਸ਼ੋ ਕਰਨਾ ਸ਼ੁਰੂ ਕਰ ਦਿਓ। ਜਿਵੇਂ ਇੱਥੇ ਬਲੈਕ ਕਲਰ ਆ ਗਿਆ, ਇੱਥੇ ਬਲਿਊ ਕਲਰ ਆ ਗਿਆ, ਜਿੰਨੇ ਵੀ ਕਲਰਸ ਹੋਣਗੇ ਸਾਰੇ ਕਲਰ ਕੀ ਫਿਲਟਰ ਪੇਪਰ 'ਤੇ ਸੈਪਰੇਟ ਹੋ ਜਾਣਗੇ। ਤਾਂ ਉਹ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਕ੍ਰੋਮੈਟੋਗ੍ਰਾਫੀ। ਠੀਕ ਹੈ, ਕ੍ਰੋਮੈਟੋਗ੍ਰਾਫੀ ਵਰਕ ਕਾਹਤੇ ਕਰਦਾ, ਇਹ ਵਰਕ ਕਰਦਾ ਡਿਫਰੈਂਸ਼ੀਅਲ ਅਬਜ਼ੋਰਪਸ਼ਨ ਆਫ ਸਬਸਟਾਂਸਿਸ। ਵੀ ਕਈ ਸਬਸਟਾਂਸਿਸ ਜਿਹੜੇ ਹੁੰਦੇ ਆ ਉਹ ਡਿਫਰੈਂਟ ਅਬਜ਼ੋਰਪਸ਼ਨ ਸ਼ੋ ਕਰਦੇ ਵਾਟਰ ਨਾਲ, ਕਈ ਡਿਫਰੈਂਟ ਕਰਦੇ ਆ। ਤਾਂ ਮੇਨਲੀ ਇਹ 2 ਟਾਈਪਸ ਦੇ ਹੁੰਦੇ ਆ, ਮੋਬਾਈਲ ਫੇਸ ਅਤੇ ਸਟੇਸ਼ਨਰੀ ਫੇਸ। ਮੋਬਾਈਲ ਫੇਸ ਕੀ ਹੁੰਦਾ, ਅ ਗੈਸ ਔਰ ਲਿਕੁਇਡ ਦੈਟ ਟਰਾਂਸਪੋਰਟ ਦਾ ਸੋਲਿਊਸ਼ਨ ਬੀਂਗ ਟੈਸਟਡ ਥਰੂ ਦਾ ਅਦਰ ਸਬਸਟਾਂਸਿਸ। ਆਪਾਂ ਮਤਲਬ ਕੀ ਹੈ, ਜਿਵੇਂ ਹੁਣ ਇੱਕ ਸਬਸਟਾਂਸ ਨੂੰ ਚੈੱਕ ਕਰਨ ਲਈ ਮੈਨੂੰ ਵਾਟਰ ਦਾ ਯੂਜ਼ ਕਰਨਾ ਪਿਆ ਸੀ ਨਾ, ਵਾਟਰ ਦਾ, ਤਾਂ ਉਹ ਵਾਲੀ ਆਪਾਂ ਟੈਸਟਿੰਗ ਨੂੰ ਕਹਾਂਗੇ ਮੋਬਾਈਲ ਫੇਸ। ਅਤੇ ਇਹਦੇ ਵਿੱਚ ਦਾ ਲਿਕੁਇਡ ਔਰ ਸੋਲਿਡ ਥਰੂ ਵਿਚ ਟੈਸਟਡ ਸਬਸਟਾਂਸਿਸ ਕੈਰਿਡ, ਵੀ ਜਿਹਦੇ ਵਿੱਚੋਂ ਆਪਾਂ ਕੀ ਹੈ ਉਹ ਲਿਕੁਇਡ ਜਾਂ ਸੋਲਿਊਸ਼ਨ, ਲਿਕੁਇਡ ਜਾਂ ਸੋਲਿਡ ਯੂਜ਼ ਕਰਨਾ ਹੈ, ਜਿਹਦੇ ਵਿੱਚ ਆਪਾਂ ਕੀ ਹੈ ਟੈਸਟ ਕਰਨਾ ਬਸ। ਇਹਦੇ ਵਿੱਚ ਵੀ ਲਿਕੁਇਡ ਔਰ ਸੋਲਿਡ ਥਰੂ ਵਿਚ ਦਾ ਟੈਸਟਡ ਸਬਸਟਾਂਸਿਸ ਕੈਰਿਡ। ਹਾਂ, ਵੀ ਜਿਹੜਾ ਟੈਸਟਡ ਸਬਸਟਾਂਸ ਹੈ ਉਹ ਲਿਕੁਇਡ ਜਾਂ ਸੋਲਿਡ ਤੋਂ ਜਿਹੜਾ ਆਪਾਂ ਯੂਜ਼ ਕਰਦੇ ਹੋਏ ਆਪਾਂ ਉਹਨੂੰ ਟੈਸਟ ਕਰਾਂਗੇ, ਉਹ ਸਟੇਸ਼ਨਰੀ ਫੇਸ ਹੁੰਦਾ। ਜਿਵੇਂ ਕਾਫੀ ਫਿਲਟਰ ਪੇਪਰ ਇੱਕ ਅਲੱਗ ਹੁੰਦਾ, ਪੇਪਰ ਟਾਵਲ ਇੱਕ ਅਲੱਗ ਹੁੰਦਾ, ਵੀ ਉਹ ਅਲੱਗ ਹੀ ਆਪਾਂ ਯੂਜ਼ ਕਰਨੀ ਹੈ। ਠੀਕ ਹੈ,
ਨੈਕਸਟ ਆ ਗਿਆ ਆਪਣੇ ਕੋਲ ਐਡਵਾਂਟੇਜਸ ਆਫ ਕ੍ਰੋਮੈਟੋਗ੍ਰਾਫੀ। ਐਡਵਾਂਟੇਜਸ ਕੀ ਹੈ ਕਿ ਬਹੁਤ ਸਮੋਲ ਅਮਾਊਂਟ ਆਫ ਸਬਸਟਾਂਸ ਹੀ ਆਪਾਂ ਨੂੰ ਯੂਜ਼ ਕਰਨਾ ਪੈਂਦਾ ਹੈ ਉਹਨੂੰ ਚੈੱਕ ਕਰਨ ਲਈ। ਸਬਸਟਾਂਸਿਸ ਜਿਨ੍ਹਾਂ ਦੀਆਂ ਫਿਜ਼ੀਕਲ ਅਤੇ ਕੈਮੀਕਲ ਪ੍ਰੋਪਰਟੀਜ਼ ਮਤਲਬ ਸਿਮੀਲਰ ਹੁੰਦੀਆਂ, ਜਿਹੜੀਆਂ ਮਤਲਬ ਉਹਨਾਂ ਨੂੰ ਵੀ ਆਪਾਂ ਸੈਪਰੇਟ ਕਰ ਸਕਦੇ ਹਾਂ, ਜਿਹੜਾ ਕਿ ਬਾਕੀ ਟੈਕਨੀਕਸ ਨਾਲ ਬਹੁਤ ਔਖਾ ਹੈ, ਠੀਕ ਹੈ, ਸੈਪਰੇਟ ਕਰਨਾ ਉਹਨਾਂ ਨੂੰ।